ਬਠਿੰਡਾ ਦੀ ਗ੍ਰੀਨ ਸਿਟੀ ਦੀ ਅਪਾਰ ਸਫਲਤਾ ਤੋਂ ਬਾਅਦ ਹੁਣ ਪੇਸ਼ ਹੈ ਕਨ੍ਹਈਆਜ਼ ਗ੍ਰੀਨ ਸਿਟੀ, ਜਿੱਥੇ ਸਿਕਿਉਰਿਟੀ ਦੇ ਪੁਖਤਾ ਪ੍ਰਬੰਧ, ਖੁੱਲੀਆਂ ਸੜਕਾਂ, ਹਰਾ ਭਰਾ ਵਾਤਾਵਰਣ, ਬਿਜਲੀ ਦੀਆਂ ਅੰਡਰਗਰਾਉਂਡ ਤਾਰਾਂ ਅਤੇ ਖੂਬਸੂਰਤ ਫੁੱਲ ਪੌਦੇ। ਲੈਂਡਸਕੇਪਿੰਗ ਅਤੇ ਨਿਰਮਾਣ ਕਾਰਜ ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਚੱਲ ਰਹੇ ਨੇ ਤੇਜ਼ੀ ਨਾਲ। ਇਸ ਤੋਂ ਪਹਿਲਾਂ ਕਿ ਸਾਰੇ ਪਲਾਟ ਬੁੱਕ ਹੋ ਜਾਣ, ਸੰਪਰਕ ਕਰੋ 8556002064 ਅਤੇ 8556002071। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਤੁਸੀਂ ਸਾਡੇ ਨਾਲ ਜੁੜ ਗਏ। ਮਾਫੀ ਚਾਹੁੰਦੇ ਜੀ, ਤਕਨੀਕੀ ਖਰਾਬੀ ਕਰਕੇ ਵਾਰ-ਵਾਰ ਸਾਨੂੰ ਜਿਹੜਾ ਤੁਹਾਡੇ ਤੋਂ ਡਿਸਕਨੈਕਟ ਹੋਣਾ ਪਿਆ। ਪੱਟੀ ਸਾਹਿਬ, ਆਪਾਂ ਜਲਦੀ ਨਾਲ ਹੁਣ ਪ੍ਰੋਗਰਾਮ ਨੂੰ ਸ਼ੁਰੂ ਕਰੀਏ, ਚੱਲੀਏ ਇਹਦੇ ਵੱਲ। ਤਾਂ ਸਭ ਤੋਂ ਪਹਿਲਾਂ ਇੱਕ ਆਮ ਤੌਰ ਦੇ ਉੱਤੇ ਸੁਣਦੇ ਸੀ ਵੀ ਇਹ ਟਿਫਨ ਬੰਬ ਆ ਜੀ, ਇਹ ਫਲਾਨਾ ਬੰਬ ਆ ਜੀ। ਹੁਣ ਕਿ ਚਿੱਠੀ ਬੰਬ ਵੀ ਆ ਗਿਆ, ਅਤੇ ਜਿਹਦੇ ਬਾਰੇ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ ਰਾਜੇਵਾਲ ਨੂੰ ਕਿਹਾ ਵੀ ਇਹ ਹੈ ਕੀ, ਦੱਸ, ਸਪਸ਼ਟ ਕਰ ਕੀ ਹੈ ਕਹਾਣੀ। ਕਿਉਂਕਿ ਸਿਆਸਤ 'ਚ ਆ ਗਏ ਨਾ ਹੁਣ ਬਲਬੀਰ ਸਿੰਘ ਰਾਜੇਵਾਲ। ਹੁਣ ਪਹਿਲਾਂ ਤਾਂ ਇਹਨਾਂ ਲਈ ਹੋਰ ਗੱਲ ਸੀ, ਹੁਣ ਹੋਰ ਗੱਲ ਹੈ ਜੀ। ਖਬਰ ਸਾਂਝੀ ਕਰੂੰਗਾ ਜੀ। ਜਿਹੜੇ ਸਾਡੇ ਯੂਪੀ ਦੇ ਮੁੱਖ ਮੰਤਰੀ ਆਦਿੱਤਿਆਨਾਥ ਜੋਗੀ ਨੇ ਜੀ, ਉਹਨਾਂ ਨੇ ਜਿਹੜੀ ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਜੀ ਚੌਹਾਨ, ਉਹਨਾਂ ਦੀ ਰੀਸ ਜੀ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਚੌਹਾਨ ਸਾਲ ਦੇ ਵਿੱਚ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਗੁਰਪੁਰਬ ਹੁੰਦਾ ਵਾ, ਪ੍ਰਕਾਸ਼ ਪੁਰਬ ਹੁੰਦਾ ਵਾ, ਆਪਣੇ ਘਰ ਬਕਾਇਦਾ ਤੌਰ ਤੇ ਲੰਗਰ ਵੀ ਲਾਉਂਦੇ ਤੇ ਮਹਾਰਾਜ ਦੀ ਨੰਗੇ ਪੈਰੀ ਜਾ ਕੇ ਬੀੜ ਲਿਆ ਕੇ ਘਰ ਪ੍ਰਕਾਸ਼ ਵੀ ਕਰਦੇ ਤੇ ਕੀਰਤਨ ਵੀ ਕਰਦੇ ਜੀ। ਹੁਣ ਜਿਹੜੇ ਸਾਡੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਵਸ ਸੀਗਾ, ਉਸ ਦਿਨ ਜਿਹੜੇ ਆਦਿੱਤਿਆਨਾਥ ਸੀਗੇ ਜੋਗੀ ਸਾਹਿਬ, ਉਹ ਬਕਾਇਦਾ ਗੁਰਦੁਆਰੇ ਗਿਆ। ਉੱਥੋਂ ਉਹਨਾਂ ਆਪਣੀ ਸਰਕਾਰੀ ਰਿਹਾਇਸ਼ ਦੇ ਵਿੱਚ ਲਖਨਊ ਦੇ ਵਿੱਚ ਜਿਹੜਾ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਲਿਆਂਦੀ ਜੀ, ਕੀਰਤਨ ਕਰਾਇਆ, ਪਾਠ ਕਰਾਇਆ, ਸਭ ਕੁਝ ਕੀਤਾ ਤੇ ਉੱਥੇ ਲੰਗਰ ਵੀ ਲਾਇਆ ਆਮ ਲੋਕਾਂ ਵਾਸਤੇ ਜੀ। ਤੇ ਸਾਹਿਬਜ਼ਾਦਿਆਂ ਬਾਰੇ ਉਹਨਾਂ ਨੇ ਕੁਛ ਜਿਹੜੇ ਉਹ ਸ਼ਬਦ ਵੀ ਕਹੇ ਜੀ। ਉਹਨਾਂ ਨੇ ਇਹ ਵੀ ਗੱਲ ਕਹੀ ਕਿ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਯਾਦ ਕੀਤੇ ਮੁੱਖ ਮੰਤਰੀ ਨੇ ਟਵੀਟ ਕਰਕੇ ਕਿਹਾ, ਦੇਸ਼, ਧਰਮ ਤੇ ਮਨੁੱਖਤਾ ਦੀ ਕੁਰਬਾਨੀਆਂ ਦੇਣ ਵਾਲੇ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ 4 ਸਾਹਿਬਜ਼ਾਦੇ ਤੇ ਮਾਤਾ ਗੁਜਰੀ ਦੀ ਕੁਰਬਾਨੀ ਸਮਰਪਿਤ ਸਾਹਿਬਜ਼ਾਦਾ ਦਿਵਸ ਜੀ, ਤੇ ਉਹਨਾਂ ਨੂੰ ਕੋਟਨ ਕੋਟ ਪ੍ਰਣਾਮ। ਸਾਹਿਬਜ਼ਾਦਾ ਦਿਵਸ ਸਾਨੂੰ ਹਮੇਸ਼ਾ ਜ਼ੁਲਮ ਤੇ ਅਧਰਮ ਲੜਨ ਦੀ ਪ੍ਰੇਰਨਾ ਦਿੰਦਾ ਰਹੇਗਾ ਜੀ। ਇਸ ਤੋਂ ਪਹਿਲਾਂ ਵੀ ਮੁੱਖ ਮੰਤਰੀ ਨਿਵਾਸ ਤੇ ਗੁਰੂ ਨਾਨਕ ਦੇ 550% ਪ੍ਰੋਗਰਾਮ ਯੋਗ ਕੀਤਾ ਗਿਆ ਜੀ। ਚੰਗੀ ਗੱਲ ਹੈ ਜੀ। ਜਗਤ ਗੁਰੂ ਆ ਗੁਰੂ ਗੋਬਿੰਦ ਸਿੰਘ, ਗੁਰੂ ਗ੍ਰੰਥ ਸਾਹਿਬ ਜੀ। ਜਿੱਥੇ ਬੇਅਦਬੀਆਂ ਹੋ ਰਹੀਆਂ, ਉੱਥੇ ਆਮ ਲੋਕ ਜਿਹੜੇ ਸ਼ਰਧਾ ਬਣੇ ਬੜੇ ਤਕੜੇ ਹੈਗੇ ਜੀ। ਹੁਣ ਜਿਹੜੀ ਤੁਹਾਡੇ ਇਨਾ ਖੇੜੇ ਦੇ ਵਿੱਚ ਬੇਅਦਬੀ ਹੋਈ ਸੀਗੀ ਜੀ, ਉਹਦੀ ਬਕਾਇਦਾ ਤੁਰ ਰਿਪੋਰਟ ਵੀ ਆ ਰਹੀ ਹੈ। ਉਹ ਬੰਦਾ ਪਹਿਲਾਂ ਰਾਤ ਨੂੰ ਪਹਿਰੇਦਾਰੀ ਕਰਦਾ ਉਸ ਗੁਰਦੁਆਰੇ ਜੀ। ਜਿਹੜਾ ਬੰਦਾ ਉੱਥੇ ਬੇਅਦਬੀ ਕਰਦਾ ਦੋਸ਼ੀ ਕਿਹਾ ਗਿਆ ਨਾ, ਉਹ ਪਹਿਰੇਦਾਰੀ ਕਰਦਾ ਰਿਹਾ। ਪਿੰਡ ਦੇ ਲੋਕ ਕਹਿੰਦੇ ਕਿ ਰਾਤ ਨੂੰ ਗੁਰਦੁਆਰੇ ਦੀ ਪਹਿਰੇਦਾਰੀ ਕਰਨ ਲਈ ਅਸੀਂ 4 ਵਿਅਕਤੀ ਹੁੰਦੇ ਜੀ, ਤੇ 4 ਦੇ ਵਿੱਚ ਕਦੀ ਕਦਾਈ ਉਹ ਵੀ ਇੱਕ ਹੁੰਦਾ ਵਾ ਜਿਹੜਾ ਬੰਦਾ ਕਰਕੇ ਗਿਆ ਸੀ। ਜਿਹੜਾ ਬੰਦਾ ਕਰਕੇ ਗਿਆ ਉਹਦੇ ਬਿਲਕੁਲ ਕਹਿੰਦਾ ਵੀ ਵਾਕਿਆ ਉਹ ਮਾਨਸਿਕ ਤੌਰ ਤੇ ਜਿਹੜਾ ਠੀਕ ਨਹੀਂ ਸੀ ਹੈਗਾ। ਘਰ ਦੇ ਵਿੱਚ ਵੀ ਲੜਾਈ ਝਗੜਾ ਕਰਨਾ, ਜਲਦੀ ਤੈਸ ਚ ਆ ਜਾਣਾ, ਇਹੋ ਜਿਹੀ ਗੱਲਾਂ ਉਹਦੀਆਂ ਹੈਗੀਆਂ ਸੀ। ਲੇਕਿਨ ਕਿਸੇ ਨੂੰ ਇਹ ਉਮੀਦ ਨਹੀਂ ਸੀ ਜਿਹੜਾ ਬੰਦਾ ਪਹਿਰੇਦਾਰੀ ਕਰਦਾ ਗੁਰੂ ਗੋਬਿੰਦ ਸਿੰਘ ਜੀ ਦੀ, ਉਹ ਇਹੋ ਜਿਹਾ ਕਾਰਜ ਕਰੂ ਜੀ। ਫਿਰ ਸਭ ਤੋਂ ਵੱਡੀ ਗੱਲ ਆ ਕਿ ਜਦੋਂ ਉਹਨੇ ਉੱਥੋਂ ਬੀੜ ਚੁੱਕੀ ਆ, ਚੁੱਕ ਕੇ ਤੁਰਨ ਲੱਗਾ, ਤੇ ਸਭ ਤੋਂ ਪਹਿਲਾਂ ਉਹਦੇ ਫਾਦਰ ਨੇ ਫੜਿਆ ਉਹਨੂੰ। ਅੱਛਾ। ਗ੍ਰੰਥੀ ਵੀ ਨਾਲ, ਫਾਦਰ ਵੀ ਨਾਲ। ਗ੍ਰੰਥੀ ਨੇ ਬਾਹਾਂ ਫੜੀਆਂ ਤੇ ਉਹਨਾਂ ਦੇ ਫਾਦਰ ਸਾਹਿਬ ਨੇ ਉਹਦੇ ਸਿਰ ਤੋਂ ਫਟਾਫਟ ਜਿਹੜਾ ਸੀ ਸਰੂਪ ਲੈ ਕੇ ਤੇ ਮਹਾਰਾਜ ਜੀ ਦੀ ਸੀ ਜਿਹੜੇ ਬੀੜਾ ਸਾਹਿਬ ਉਹਦੇ ਤੇ ਜਿਹੜਾ ਸੀ ਉਹ ਸੁਸ਼ੋਭਿਤ ਕਰ ਦਿੱਤਾ। ਹੁਣ ਉਹ ਇੰਨੀ ਗੱਲ ਕਹਿਣ ਦੇ ਵੀ ਉਹਦੇ ਵਾਕਿਆ ਮਾਨਸਿਕ ਨੁਕਸ ਸੀਗਾ, ਤੇ ਕਹਿੰਦੇ ਸਜ਼ਾ ਤਾਂ ਮਿਲਣੀ ਚਾਹੀਦੀ ਪੂਰੀ। ਗੁਰਦੁਆਰਾ ਗਿਰਦੀ ਬਣਿਆ ਸੀ ਤੇ ਇਸ ਪਰਿਵਾਰ ਦੀ ਕਹਿੰਦੀ ਗੁਰਦੁਆਰਾ ਬਣਾਉਣ ਦੇ ਵਿੱਚ ਤਨ ਮਨ ਧਨ ਸੇਵਾ ਕੀਤੀ ਇਹਨਾਂ ਜੀ। ਇਹ ਮੁੰਡਾ ਵੀ ਸੇਵਾ ਕਰਦੀ ਰਿਹਾ। ਹੁਣ ਗੱਲ ਸਮਝ ਨਹੀਂ ਆ ਵੀ ਕਹਾਣੀ ਕਿਹੜੇ ਪਾਸੇ ਜਾ ਰਹੀ। ਹੁਣ ਵੇਖੋ ਨਾ, ਜਿੰਨੇ ਲੋਕ ਅਸੀਂ ਮਾਨਸਿਕ ਰੋਗੀ ਕਹਿੰਦੇ ਉਹ ਗੁਰੂ ਗ੍ਰੰਥ ਸਾਹਿਬ ਦੇ ਕਿਉਂ ਜਾਂਦੇ ਉੱਥੇ ਕਿਉਂ ਜਾ ਕੇ ਗੜਬੜ ਕਰਦੇ? ਕਾਰਨ ਸਿਰਫ ਇਹ ਵੀ ਹੈਗਾ ਵਾ। ਇਹ ਹੁਣ ਤਫਤੀਸ਼ ਦੀ ਕਾਫੀ ਲੋੜ ਦੀ ਹੈਗੀ ਆ। ਇਸ ਕਰਕੇ ਵੇਖੋ ਜੋਗੀ ਸਾਹਿਬ ਨੇ ਵਧੀਆ ਕੀਤਾ, ਭਾਵੇਂ ਚਲੋ ਅਸੀਂ ਕਹਿ ਦਈਏ ਵੀ ਧਾਰਮਿਕ ਤੌਰ ਤੇ ਉਹਨਾਂ ਨੇ ਸਿੱਖਾਂ ਨੂੰ ਪ੍ਰੇਰਿਤ ਕਰਨ ਵਾਸਤੇ ਕੀਤਾ, ਜੋ ਵੀ ਕੀਤਾ, ਲੇਕਿਨ
ਉਹ ਇੱਕ ਜੋਗੀ ਨੇ ਹਾਂ 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 ਜਿਨ੍ਹਾਂ ਨੇ ਤਪੱਸਿਆ ਵੀ ਕੀਤੀ ਹੈ, ਸਾਰੇ ਧਰਮਾਂ ਦੇ ਅਧਿਐਨ ਵੀ ਕੀਤਾ ਹੋਊਗਾ, ਤੇ ਉਹਨਾਂ ਨੂੰ ਪਤਾ ਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਾਕਿਆ ਜਗ ਗੁਰੂ ਆ ਜਗਤੀ ਜੋਤ ਆ, ਤੇ ਉਹਨਾਂ ਨੇ ਆਪਣੇ ਘਰ ਜਾ ਕੇ ਬਕਾਇਦਾ ਤੌਰ ਤੇ ਇੱਕ ਨਹੀਂ 2 ਵਾਰੀ ਜੀ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਉਤਸਵ ਵੀ ਲੈ ਕੇ ਗਏ ਨੇ ਸਰਕਾਰੀ ਰਿਹਾਇਸ਼ ਤੇ, ਹਾਂ ਹਾਂ ਕੀਰਤਨ ਕਰਾਇਆ, ਉੱਥੇ ਪਾਠ ਕਰਾਇਆ, ਪਾਠ ਤੋਂ ਬਾਅਦ ਲੰਗਰ ਲਾਇਆ, ਪ੍ਰਸ਼ਾਦ ਦੇਗ ਵਜਾਈ, ਸਭ ਕੁਝ ਵਰਤਾਇਆ। ਜੀ ਤੇ ਹੁਣ ਸਾਹਿਬਜ਼ਾਦੇ ਸ਼ਹੀਦੀ ਦਿਵਸ ਤੇ ਜਾ ਕੇ ਉਹਨਾਂ ਨੇ ਪੂਰਾ ਉੱਥੇ ਜਿਹੜਾ ਸੀ ਗੁਰੂ ਸਾਹਿਬ ਨੂੰ ਵੀ ਹਾਂ ਹਾਂ ਜਾ ਕੇ ਪਾਠ ਕਰਾਇਆ ਤੇ ਕੀਰਤਨ ਕਰਾਇਆ। ਜੀ ਜੀ ਹੁਣ ਆਪਾਂ ਚੱਲਦੇ ਹਾਂ ਰਾਜੇਵਾਲ ਸਾਹਿਬ। ਹਾਂਜੀ ਹਾਂਜੀ ਰਾਜੇਵਾਲ ਸਾਹਿਬ ਦੀ ਚ ਕੋਈ ਸ਼ੱਕ ਵਾਲੀ ਗੱਲ ਨਹੀਂ ਕਿ ਇਹ 5-7 ਜਥੇਬੰਦੀਆਂ ਸੀ ਜੀ ਜਿਹੜੀਆਂ ਕਾਫੀ ਦੇਰ ਪਹਿਲਾਂ ਹੀ ਇਸ ਗੱਲ ਦੀ ਨਿਸ਼ਚਾ ਕਰ ਲਿਆ ਸੀ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਅੰਦੋਲਨ ਖਤਮ ਕੀਤਾ ਜਾਏ। ਹਾਂ ਹਾਂ ਤੁਹਾਨੂੰ ਪਤਾ ਹੋਏਗਾ 26 ਜਨਵਰੀ ਦੀ ਘਟਨਾ ਤੋਂ ਬਾਅਦ 28 ਤਰੀਕ ਨੂੰ ਘਟਨਾ ਵਾਪਰਦੀ ਇੱਕ, ਜਦੋਂ ਜਿਹੜੀ ਕਿਸਾਨ ਸੰਘਰਸ਼ ਕਮੇਟੀ ਦੇ ਉੱਤੇ ਕੁਝ ਗੁੰਡੇ ਜਿਹੜੇ ਸੀ ਇਹਨਾਂ ਦੇ ਆਰਐਸ ਦੇ ਉਹ ਹਮਲਾ ਕਰਦੇ ਨੇ। ਬਿਲਕੁਲ। ਤੇ ਰਾਜੇਵਾਲ ਸਾਹਿਬ ਨੇ ਕਹਿ ਦਿੱਤਾ ਜੀ ਸਾਡਾ ਉਹਨਾਂ ਦਾ ਕੋਈ ਲਿੰਕ ਨਹੀਂ, ਕਿਉਂਕਿ ਇਹਨਾਂ ਦੀ ਸਟੇਜ ਹੀ ਅਲੱਗ ਸੀ। ਨਹੀਂ ਭਾਵੇਂ ਸਟੇਜ ਲੱਗ ਸੀ ਲੇਕਿਨ ਹਿੱਸਾ ਸੀ ਮੋਰਚੇ ਦਾ ਇੱਕ। ਇਹ ਗੱਲ ਨਹੀਂ ਸੀ ਕਹਿਣੀ ਚਾਹੀਦੀ। ਰਾਜੇਵਾਲ ਸਾਹਿਬ ਨੇ ਜਦੋਂ ਸਾਡੇ ਬੱਚੇ ਗੁੰਮਰਾਹ ਹੋ ਕੇ ਚਲੇ ਗਏ ਲਾਲਕਰੇ ਵੱਲ ਨੂੰ, ਉਦੋਂ ਵੀ ਕਹਿ ਦਿੱਤਾ ਵੀ ਸਾਡਾ ਇਹਨਾਂ ਨਾਲ ਲਿੰਕ ਨਹੀਂ। ਹਾਂ ਹਾਂ ਉਹਦਾ ਵੀ ਨੋਟਿਸ ਹੋਇਆ, ਮੁੜ ਕੇ ਫਿਰ ਉਹਨਾਂ ਨੂੰ ਜੋ ਨੋਟਿਸ ਦਿਆ ਲੋਕਾਂ ਨੇ ਆਲੋਚਨਾ ਕੀਤੀ, ਫਿਰ ਬਕਾਇਦਾ ਤੌਰ ਤੇ ਉਹਨਾਂ ਵਾਸਤੇ ਇੱਕ ਵਕੀਲਾਂ ਦੀ ਟੀਮ ਬਣਾਈ ਜੀ, ਟੀਮ ਬਣਾ ਕੇ ਪੈਰਵੀ ਕਰਾਈ, ਜਿਸ ਟੀਮ ਦਾ ਫਾਇਦਾ ਜਿਹੜੇ ਸਰਸਾ ਸਾਹਿਬ ਲੈਂਦੇ ਰਹੇ। ਤੇ ਟੀਮ ਦਾ ਦਫ਼ਤਰ ਹੈਗਾ ਸੀ ਬਕਾਇਦਾ ਤੌਰ ਤੇ ਉੱਥੇ ਗੁਰਦੁਆਰਾ ਰਕਾਬਗੰਜ ਦੇ ਵਿੱਚ, ਉੱਥੋਂ ਉਹ ਇਨਪੁਟਸ ਲੈ ਲੈਂਦੇ ਸੀ ਤੇ ਉਹਦੇ ਬਿਹਾਫ ਤੇ ਆਪਣੀ ਕਾਰਵਾਈ ਕਰਦੇ ਸੀ ਕਿ ਅੱਜ ਇੰਨੇ ਬੰਦੇ ਬਾਹਰ, ਇੰਨੇ ਲਾਈਵ ਬੁੱਕ ਤੋਂ ਦੱਸਦੇ ਸੀ। ਜੀ ਜੀ ਚਲੋ ਕੋਈ ਗੱਲ ਨਹੀਂ, ਦੇਰ ਹੈ ਦਰੁਸਤ ਹੈ। ਹੁਣ ਉਹਨਾਂ ਨੇ ਕੀ ਕੀਤਾ ਜੀ, ਮੈਂ ਉਹਦਾ ਨਾਂ ਨਹੀਂ ਲੈਣਾ ਚਾਹੁੰਦਾ, ਇੱਕ ਯੂਨੀਅਨ ਦਾ ਮੁਖੀ ਸੀਗਾ, ਕਿਸਾਨ ਜਥੇਬੰਦੀ ਦਾ ਮੁਖੀ ਸੀਗਾ, ਉਹਦਾ ਜਿਹੜਾ ਸੀ ਰਿਸ਼ਤੇਦਾਰ ਜਾਂ ਆਈਬੀ ਚ ਲੱਗਾ ਸੀ ਜਾਂ ਰਾਜ ਲੱਗਾ ਸੀ, ਨਹੀਂ ਪਤਾ ਕਿੱਥੇ ਲੱਗਾ ਸੀ, ਵੱਡਾ ਅਫਸਰ ਸੀ ਜੀ। ਉਹਦੀ ਡਿਊਟੀ ਲੱਗੀ ਸੀ ਵੀ ਤੂੰ ਕਿਸਾਨਾਂ ਨੂੰ ਮਨਾ ਕਿਸੇ ਗੱਲ ਤੇ, ਕਿਉਂਕਿ ਨਾ ਧਰਨਾ ਖਤਮ ਕੀਤਾ ਜਾਵੇ। ਤੇ ਗ੍ਰਹਿ ਮੰਤਰੀ ਨੇ ਬਕਾਇਦਾ ਤੌਰ ਤੇ ਬੁਲਾ ਕੇ ਰਾਜੇਵਾਲ ਸਾਹਿਬ ਨੂੰ ਕਿਹਾ ਸੀ, ਰਾਜੇਵਾਲ ਜੀ ਆਹ ਲੈ ਲਓ ਕਾਨੂੰਨ, ਲੈ ਲਓ ਜੀ, ਡੱਬਾ ਸਾਡਾ ਤੇ ਸਵਾਲ ਤੁਹਾਡਾ ਜੀ, ਸਾਡਾ ਉੱਤੇ ਜਿਹੜਾ ਵਾ ਮੋਹਰ ਲੱਗੀ ਰਹਿਣ ਦਿਓ ਵੀ ਇਹ ਕਾਨੂੰਨ ਨੇ, ਖੇਤੀਬਾੜੀ ਕਾਨੂੰਨ ਦੇ ਅੰਦਰ ਜੋ ਬਦਲਣਾ ਬਦਲ ਲਓ ਤੁਸੀਂ। ਤੇ ਰਾਜੇਵਾਲ ਨੇ ਸਰ ਕਿਹਾ ਸੀ, ਦੇਖੋ ਜੀ ਗ੍ਰਹਿ ਮੰਤਰੀ ਸਾਹਿਬ, ਫਿਰ ਰੱਖਣ ਦੀ ਲੋੜ ਕੀ ਕਾਨੂੰਨਾਂ ਨੂੰ, ਜੇ ਇੰਨੀ ਗੱਲ ਤੂੰ ਸਭ ਕੁਝ ਬਦਲ ਦਿਓ ਫਿਰ ਰੱਖਣ ਦੀ ਲੋੜ ਕੀ ਆ ਜੀ ਜੀ। ਫਿਰ ਉਹਦਾ ਜਿਹੜਾ ਬਾਹਰ ਦਾ ਡੱਬਾ ਰੱਖਣ ਦੀ ਕੀ ਲੋੜ ਆ, ਉਹ ਵੀ ਰਾਹ ਦਿਓ, ਕੀ ਫਰਕ ਪੈਂਦਾ ਉੱਥੇ ਜੀ। ਮੁੜ ਕੇ ਉਸ ਤੋਂ ਬਾਅਦ ਬਕਾਇਦਾ ਤੌਰ ਤੇ ਕੁਝ ਜਥੇਬੰਦੀਆਂ ਸੀ, ਉਹਦਾ ਨਾਮ ਨੂੰ ਕਾਹਨੂੰ ਲੈਣੇ ਆਪਾਂ ਹੁਣ, ਅੱਜ ਵੀ ਬੜੀਆਂ ਸਰਗਰਮ ਨੇ ਇਲੈਕਸ਼ਨ ਲੜਨ ਦੇ ਵਿੱਚ। ਇੱਕ ਉਹਨਾਂ ਚ ਬਾਹਰ ਆ ਜਿਹੜਾ ਮੇਨ ਸੀਗਾ, ਲੇਕਿਨ ਉਹਦੇ ਵਿੱਚ ਕੀ ਕੀਤਾ ਇਹਨਾਂ ਨੇ ਚਿੱਠੀ ਲਿਖੀ ਜੀ ਗ੍ਰਹਿ ਮੰਤਰੀ ਨੂੰ। ਉਹ ਗ੍ਰਹਿ ਮੰਤਰੀ ਨੂੰ ਚਿੱਠੀ ਲਿਖੀ ਵੀ ਵੇਖੋ, ਇੱਕ ਕਾਨੂੰਨ ਤੁਸੀਂ ਰੱਦ ਕਰ ਦਿਓ ਜੀ, ਇੱਕ ਕਾਨੂੰਨ ਜਿਹੜਾ ਸੀ ਉੱਤੇ ਕਮੇਟੀ ਬਣਾ ਦਿਓ ਤੇ ਇੱਕ ਰਾਜਾਂ ਦੇ ਛੱਡ ਦਿਓ ਜੀ। ਕੇਂਦਰ ਸਰਕਾਰ ਇਹ ਮੰਨਣ ਲਈ ਤਿਆਰ ਸੀਗੀ ਜੀ, ਲੇਕਿਨ ਜਦੋਂ ਉਸ ਰੌਲਾ ਪਿਆ, ਉਹਦੀ ਜਿਹੜੀ ਸੀ ਅਨਸਾਈਨਡ ਕਾਪੀ ਮਿਲ ਗਈ ਜਥੇਬੰਦੀਆਂ ਜੀ। ਉਹ ਬਕਾਇਦਾ ਤੌਰ ਤੇ ਜਿਹੜੀਆਂ 32 ਕਿਸਾਨ ਜਥੇਬੰਦੀਆਂ ਨੇ ਰਾਜੇਵਾਲ ਨੂੰ ਪੁੱਛਿਆ ਵੀ ਇਹ ਚਿੱਠੀ ਕਿਹਨੇ ਲਿਖੀ ਤੇ ਕਿਉਂ ਲਿਖੀ ਗਈ, ਉਹਨਾਂ ਕੋਲ ਕੋਈ ਜਵਾਬ ਨਹੀਂ ਸੀਗਾ ਜੀ। ਖੈਰ ਚਲੋ ਸਿਆਣਪ ਕੀਤੀ, ਜੇ ਰਾਜੇਵਾਲ ਨੂੰ ਸਸਪੈਂਡ ਕਰਦੇ ਤੇ ਕੁਝ ਜ਼ਿਆਦਾ ਮੋਰਚੇ ਤੇ ਬੋਝ ਪੈਣਾ ਸੀਗਾ। ਉਸ ਟਾਈਮ ਤੇ ਬਾਅਦ ਦੇ ਵਿੱਚ ਚਿੱਠੀ ਸਾਈਨਡ ਵੀ ਮਿਲ ਗਈ ਜਿਹੜੀ ਭੇਜੀ ਜੀ। ਉਹਦੇ ਚ 2 ਤਰਕ ਨੇ, ਜਦੋਂ ਦਾ ਫਸ ਜਾਂਦਾ ਜੀ, ਉਦੋਂ ਕਹਿੰਦਾ ਠੀਕ ਹੈ ਜੀ ਮੈਂ ਸਾਈਨ ਕਰ ਦੇਣਾ, ਚਿੱਠੀ ਲੈ ਜਾਓ ਤੁਸੀਂ, ਕੋਈ ਗੱਲ ਕਰ ਲਓ ਜੀ। ਹੁਣ ਸਰਕਾਰ ਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਕਿ ਰਾਜੇਵਾਲ ਕੱਲੀ ਪਾਵਰ ਨਹੀਂ ਉੱਥੇ ਹੈਗਾ। 32 ਜਥੇਬੰਦੀਆਂ ਬਕਾਇਦਾ ਤੌਰ ਤੇ ਪੰਜਾਬ ਦੀਆਂ ਨੇ, 10-12 ਜਥੇਬੰਦੀਆਂ ਹਰਿਆਣੇ ਦੀਆਂ ਨੇ, ਸਾਰੇ ਦੇਸ਼ ਦੀਆਂ ਜਥੇਬੰਦੀਆਂ, ਘੱਟੋ ਘੱਟ 475 ਜਥੇਬੰਦੀਆਂ ਸ਼ਾਮਲ ਨੇ ਉਹਦੇ ਵਿੱਚ ਜੀ। ਭਾਵੇਂ ਇੰਡਸਟਰੀਅਲ ਸਿੰਘੂ ਬਾਰਡਰ ਤੋਂ ਹੁੰਦਾ, ਸਭ ਕੁਝ ਹੁੰਦਾ ਸੀ। ਹੋ ਸਕਦਾ ਵੀ ਰਾਜੇਵਾਲ ਸਾਹਿਬ ਨੇ ਕਿਹਾ ਤਾਂ ਵੀ ਲੈ ਜਾਓ ਯਾਰ, ਮੇਰੇ ਵੱਲੋਂ ਲਾਓ, ਮੁੜ ਕੇ ਜਾ ਕੇ ਕਹਿ ਦੂੰਗਾ ਜੀ ਆਹ ਵੇਖੋ ਜੀ ਇਹ ਤੁਹਾਨੂੰ ਮਨਜ਼ੂਰ ਨਹੀਂ ਹੈਗਾ, ਪਾਰਟੀ ਦੇ ਵਿੱਚ ਤੇ ਕਿਹਾ ਵੀ ਹੋਊਗਾ। ਉਹ ਬੜਾ ਚਿੱਠੀ ਮੰਗੋ, ਸੁਖਬੀਰ ਸਿੰਘ ਬਾਦਲ ਕਹਿੰਦਾ ਜੀ ਚਿੱਠੀ ਮੰਗ ਦੱਸੋ ਪੜ੍ਹੋ ਕਿੱਥੇ ਕਿੱਥੇ ਨਹੀਂ ਹੈਗਾ ਜੀ। ਜਿਹੜੀ ਉਹ ਚਿੱਠੀ ਆ ਉਹ ਮੈਨੂੰ ਪਤਾ ਲੱਗਾ ਸੀ ਦੀਪ ਸਿੱਧੂ ਦੀ ਵਾਲ ਤੇ ਪਈ, ਦੀਪ ਸਿੱਧੂ ਦੀ, ਹਾਂਜੀ ਉਹ ਤੁਸੀਂ ਪੜ੍ਹ ਸਕਦੇ ਹੋ ਕੱਢ ਕੇ। ਅੱਛਾ, ਇਹਦਾ ਮਤਲਬ ਮੇਰਾ ਕਹਿਣ ਤੋਂ ਭਾਵ ਇਹ ਆ ਵੀ ਜੇ ਹੁਣ ਸੁਖਬੀਰ ਜਿਹੜਾ ਰਾਜੇਵਾਲ ਸਾਹਿਬ ਆ,
ਉਹ ਇੱਕ ਫੈਸਲਾ ਕਰ ਲੈਣ, ਉਹ ਤਿਆਰ ਹੋ ਜਾਣ ਉਹਨਾਂ ਦਾ ਆਪਣਾ ਜਿਹੜਾ ਪਿਛੋਕੜ ਫਰੋਲਣ ਵਾਸਤੇ। ਉਹਨਾਂ ਦਾ ਪੋਲੀਟੀਕਲ ਲੀਡਰ ਨੇ ਪੂਰਾ ਪਿਛੋਕੜ ਫਰੋਲ ਦੇਣਾ। ਉਹ ਤਾਂ ਹੁਣ ਤੁਹਾਨੂੰ ਦੱਸਿਆ ਤਾਂ ਹੈ ਵੀ ਜੇ ਕਿਸੇ ਦਾ ਅੱਗਾ ਪਿੱਛਾ ਕੱਢਣਾ ਹੋਵੇ ਉਹਨੂੰ ਮੈਂਬਰੀ 'ਚ ਖੜਾ ਕਰ ਦਿਓ। ਇੱਕ ਪੰਜਾਬੀ ਅਖਬਾਰ ਦੇ ਬੜੇ ਵੱਡੇ ਸੰਪਾਦਕ ਸਨ, ਬੜੇ ਵਧੀਆ ਬੰਦੇ ਸੀ, ਬਹੁਤ ਕੰਮ ਕੀਤਾ ਕਾਫੀ ਉਹਨਾਂ ਨੇ। ਉਹ ਸਵੇਰੇ ਸੈਰ ਕਰਨ ਜਾਂਦੇ ਸੀ ਪਾਰਕ ਦੇ ਵਿੱਚ ਜੀ। ਉੱਥੇ ਮੁੰਡੇ ਉਹਨਾਂ ਦੇ ਬੜੇ ਫਾਸ਼ਕ ਸੀ ਤੇ ਮੁੰਡੇ ਇਕੱਠੇ ਹੋ ਕੇ ਕਹਿੰਦੇ ਜੀ ਬਾਪੂ ਜੀ ਤੁਸੀਂ ਏਦਾਂ ਕਰੋ ਵੀ ਚੋਣ ਲੜੋ, ਤੁਹਾਡੀ ਫੁੱਲ ਸਪੋਰਟ ਕਰਾਂਗੇ, ਧੰਨਾ ਵੀ ਕਰਾਂਗੇ ਤੇ ਮੰਨਣਾ ਵੀ ਕਰਾਂਗੇ। ਉਹਨਾਂ ਨੇ ਜਵਾਬ ਦਿੱਤਾ ਸੀ ਕਹਿੰਦਾ ਬਿਲਕੁਲ ਨਹੀਂ ਚੋਣ ਲੜਨੀ ਦਿੰਦਾ। ਕਹਿੰਦੇ ਕਿਉਂ? ਉਹਨਾਂ ਮਜ਼ਾਕ ਵਜੋਂ ਕਿਹਾ ਸੀ ਵੀ ਮੈਂ ਨਹੀਂ ਚਾਹੁੰਦਾ ਵੀ ਮੈਨੂੰ ਇਹ ਪਤਾ ਲੱਗੇ ਵੀ ਦਾਦੀ ਜੀ ਕਿਤੇ ਕਿਤੇ ਰਹਿੰਦਾ ਸੀ। ਕਹਿਣ ਤੋਂ ਭਾਵੇਂ ਸਭ ਵੀ ਇੱਥੋਂ ਤੱਕ ਪੋਲੀਟੀਕਲ ਲੀਡਰ ਵਿਰੋਧੀਆਂ ਜਿਹੜੇ ਸੀ ਪੋਤੜੇ ਫੁੱਲ ਦਿੰਦੇ ਆ। ਬਿਲਕੁਲ। ਤੇ ਹੁਣ ਰਾਜੇਵਾਲ ਸਾਨੂੰ ਤਿਆਰ ਰਹਿਣਾ ਚਾਹੀਦਾ ਕਿ ਉਹਨਾਂ ਦੇ ਪੋਤੜੇ ਜਿਹੜੇ ਫੁੱਲ ਜਾਣੇ ਸਾਰੇ ਕਿਵੇਂ ਕੀਤਾ। ਉਹ ਕਹਿੰਦੇ ਉਹਨਾਂ ਦਾ ਇੱਕ ਸਕੂਲ ਵੀ ਹੈਗਾ, ਇੱਕ ਕਾਲਜ ਵੀ ਹੈਗਾ, 7 ਏਕੜ ਜ਼ਮੀਨ ਵੀ ਹੈਗੀ ਆ, ਕੰਮ ਕੀਤਾ। ਉਹ ਇੱਕ ਕਿਸਾਨ ਆਗੂ ਤੋਂ ਵਧੀਆ ਹੋ ਸਕਦੇ ਆ। ਇਹ ਨਹੀਂ ਪਤਾ ਵੀ ਆਉਣ ਵਾਲੇ ਸਮੇਂ ਵਿੱਚ ਉਹ ਸਿਆਸੀ ਆਗੂ ਸਾਡੀ ਵਧੀਆ ਸਾਬਤ ਹੁੰਦੇ ਕਿ ਹੁੰਦੇ ਕਿਸਾਨ ਆਗੂ ਤੋਂ ਵਧੀਆ ਸਾਬਤ ਹੋਏਗੇ ਜਿੰਨਾ ਉਹਨਾਂ ਕੰਮ ਕੀਤਾ। ਲੇਕਿਨ ਹੁਣ ਸੁਖਬੀਰ ਸਿੰਘ ਬਾਦਲ ਨੇ ਜੇ ਸਵਾਲ ਪੁੱਛਿਆ ਤੇ ਜਵਾਬ ਰਾਜੇਵਾਲ ਸਿੰਘ ਦੇਣਾ ਪਊਗਾ। ਜੀ। ਸੋ ਬਿਲਕੁਲ ਤੁਹਾਡੀ ਗੱਲ। ਹੁਣ ਉਹ ਦੇਖੋ ਹੁਣ ਅੱਗੇ ਹੋਤਾ ਕੀ ਹੈ, ਕਿਉਂਕਿ ਤੁਸੀਂ ਸਿਆਣੇ ਹੋ ਵੀ ਜਦੋਂ ਨਵੀਂ ਧਿਰ ਪਹਿਲਾਂ ਆਮ ਆਦਮੀ ਪਾਰਟੀ ਜਦੋਂ ਨਵੀਂ ਧਿਰ ਬਣ ਕੇ ਆਈ ਸੀ ਤਾਂ ਸਭ ਤੋਂ ਵੱਧ ਨਿਸ਼ਾਨੇ ਤੇ ਉਹ ਸੀ, ਕਿਉਂਕਿ ਸਥਾਪਿਤ ਧਿਰਾਂ ਨੂੰ ਹਜਮ ਨਹੀਂ ਹੁੰਦਾ ਕਿ ਜਦੋਂ ਨਵੀਂ ਧਿਰ ਆਉਂਦੀ ਹੈ। ਹੁਣ ਰਾਜੇਵਾਲ ਸਾਹਿਬ ਹੋਰੀ ਆਏ ਨੇ ਤਾਂ ਇਹਨਾਂ ਦੇ ਉੱਤੇ ਰਲ ਕੇ ਜਿਹੜੇ ਆ, ਕਿਉਂਕਿ ਪਤਾ ਵੀ ਇਹ ਨਵੀਂ ਆ ਗਏ ਤਾਂ ਸਾਨੂੰ ਲਾਂਭੇ ਕਰਨਗੇ, ਸਾਡੇ ਤਾਂ ਰਲ ਮਿਲ ਕੇ ਵਪਾਰ ਚੱਲਦੇ ਹੀ ਰਹਿੰਦੇ ਸੀ। ਬਿਲਕੁਲ ਜੀ, ਬਿਲਕੁਲ। ਅੱਜ ਕਹਿੰਦੇ ਚੰਨੀ ਸਾਹਿਬ ਬਹਿ ਗਏ ਜੀ ਬੱਸ ਤੇ ਟਿਕਟਾਂ, ਕਹਿੰਦਾ ਉਹ ਇੱਕ ਗਾਣਾ ਜਿਹਾ ਸੀ ਨਾ, ਟਿਕਟਾਂ ਕੱਟੂਗੀ ਕੁੜੀ, ਹੈ ਨੀ, ਤੇ ਜਾਂ ਫਿਰ ਇੱਕ ਗਾਣਾ ਸੀ ਆ ਗਈ ਰੋਡਵੇਜ਼ ਦੀ ਲਾਰੀ, ਨਾ ਕੋਈ ਬੂਹਾ ਨਾ ਕੋਈ ਬਾਰੀ। ਅੱਜ ਕਹਿੰਦੇ ਚੰਨੀ ਤੇ ਰਾਜੇ ਵੜਿੰਗ ਨੇ ਗਾਣਾ ਹੀ ਨਵਾਂ ਕਰਤਾ, ਕਹਿੰਦੇ ਵੀ ਟਿਕਟਾਂ ਕੱਟੂਗਾ ਰਾਜਾ ਵੜਿੰਗ ਤੇ ਗੱਡੀ ਦੇ ਸਟੀਅਰਿੰਗ ਤੇ ਬੈਠੂਗਾ ਚੰਨੀ, ਤੇ ਆ ਗਈ ਰੋਡਵੇਜ਼ ਦੀ ਲਾਰੀ, ਸੋਹਣੇ ਬੂਹੇ ਤੇ ਸੋਹਣੀ ਬਾਰੀ। ਬਿਲਕੁਲ ਜੀ, ਬਿਲਕੁਲ। ਚੰਨੀ ਸਾਹਿਬ ਨੇ ਕਿਹਾ ਵੀ ਆ ਗਈ ਰੋਡਵੇਜ਼ ਦੀ ਲਾਰੀ, ਸੋਹਣੇ ਬੂਹੇ ਤੇ ਸੋਹਣੀ ਬਾਰੀ ਜੀ। ਅੱਗੇ ਉਹਨਾਂ ਕਿਹਾ ਜੀ ਇਹਦੇ ਵਿੱਚ ਬੈਠੂਗੀ ਵਧੀਆ ਸਵਾਰੀ, ਸੜਕਾਂ ਤੇ ਚੱਲੇਗੀ ਇਹ ਵਾਰੀ ਜੀ। ਉਹਨਾਂ ਨੇ 4-5 ਗੱਲਾਂ ਜੋੜੀਆਂ ਛਾਪਰੇ ਕੋਲ, ਉਹਨਾਂ ਕਹੀਆਂ ਉੱਥੇ 58 ਬੱਸਾਂ ਦਾ ਫਲੀਟ ਸੀ ਜਿਹੜਾ ਪਹਿਲੀ ਵਾਰੀ ਰਾਜੇ ਦੇ ਵੜਿੰਗ ਦੀ ਜਿਹੜੀ ਉਹਦਾ ਮੰਤਰੀ ਬਣਿਆ, ਪਹਿਲੀ ਵਾਰੀ ਉਹਨਾਂ ਨੇ ਇਹ ਰਿਲੀਜ਼ ਕੀਤਾ ਵੀ ਸਾਡੀਆਂ ਬੱਸਾਂ ਹੁਣ ਸੜਕਾਂ ਤੇ ਜਾਣਗੀਆਂ ਜੀ। ਉਹਦੇ ਵਿੱਚ ਔਰਤਾਂ ਨੂੰ ਅਸੀਂ ਫ੍ਰੀ ਕੀਤਾ ਜਿਹੜੇ ਸਾਡੇ ਸਕੂਲੀ ਵਿਦਿਆਰਥੀ ਤੇ ਕਾਲਜ ਦੇ ਵਿਦਿਆਰਥੀ ਨੇ ਉਹਨਾਂ ਦੇ ਅਸੀਂ ਪਾਸ ਬਣਾਵਾਂਗੇ, ਸਸਤੇ ਰੇਟਾਂ ਦੀਆਂ ਫ੍ਰੀ ਬਣਾ ਕੇ ਦੇਵਾਂਗੇ, ਉਹਨਾਂ ਨੂੰ ਫ੍ਰੀ ਸਰਕਾਰੀ ਬੱਸ ਹੋਏ ਜੀ। ਇਹੀ ਗੱਲ ਮਾਸਟਰ ਮੋਹਨ ਲਾਲ ਰਾਜੇ ਨੂੰ ਕਹੀ ਸੀ ਵੀ ਰਾਜਾ ਵੜਿੰਗ ਤੂੰ ਕੰਮ ਬਹੁਤ ਕਰਦਾ ਵਾ, ਇਹ ਮਾਫੀਆ ਬੜਾ ਸਟਰੋਂਗ ਹੀ, ਜੇ ਇਹਨਾਂ ਦੀ ਬਕਾਇਦਾ ਤੌਰ ਤੇ ਤੂੰ ਇਹਦੇ ਨਾਲ ਇਹਨਾਂ ਦਾ ਮੁਕਾਬਲਾ ਕਰਨਾ ਤੈਨੂੰ ਬੱਸਾਂ ਪਾਉਣੀਆਂ ਪਈਆਂ 4-5 ਜੀ। ਪ੍ਰਾਈਵੇਟ ਬੱਸ ਬਰਾਬਰ ਤੇਰੀ ਬੱਸ ਖਲੋਤੀ ਹੋਵੇ ਤੇ ਫਿਰ ਗੱਲ ਬਣਨੀ ਹੈ। ਜੇ ਤੂੰ ਕਮੇਡਾਂ ਨੂੰ ਫੜ ਕੇ ਤੈਨੂੰ ਕਰਨਾ, ਇਹ ਨਹੀਂ ਹੋਣਾ। ਇਹਨਾਂ ਦਾ ਹਰ ਖੇਤਰ ਦੇ ਵਿੱਚ, ਇਹਨਾਂ ਦਾ ਵਿਧਾਨ ਪਾਲਿਕਾ ਦੇ, ਇਹਨਾਂ ਦਾ ਕਾਰਜਪਾਲਿਕਾ ਦਾ, ਇਹਨਾਂ ਦਾ ਨਿਆਂ ਪਾਲਿਕਾ ਦੇ, ਇਹਨਾਂ ਦਾ ਖਬਰ ਪਾਲਿਕਾ, ਸਭ ਜਗ੍ਹਾ ਇਹਨਾਂ ਦਾ ਹੋਲਡ ਹੈ। ਇਸ ਕਰਕੇ ਜਿਹੜਾ ਵਾ ਤੈਨੂੰ ਇਹਦੇ ਮਿਹਨਤ ਕਾਫੀ ਕਰਨੀ ਪੈਣੀ ਹੈ। ਤੇ ਇਹਨੇ ਕਿਹਾ ਸੀ 800 ਬੱਸਾਂ ਪਾਵਾਂਗੇ ਤੇ ਉਹਦੇ ਵਿੱਚੋਂ 58 ਬੱਸਾਂ ਮੈਂ ਪਾਤੀਆਂ ਜੀ, ਬਾਕੀ ਕਦੋਂ ਪਾਉਂਦੇ ਕਿ ਨਹੀਂ ਪਾਉਂਦੇ ਹੁਣ ਜੀ, ਕਿ ਅਗਲੀ ਸਰਕਾਰ ਵਾਲੇ ਪਾਉਂਦੇ ਆ। ਇਸ ਕਰਕੇ ਉਹ ਤਾਂ ਸਮਾਂ ਦੱਸੇਗਾ। ਉਹ ਤਾਂ ਜੈਪੁਰ ਲੱਗੀ ਜਾਂਦੀਆਂ ਜੀ ਉਹਨਾਂ ਦੀਆਂ ਬੜੀਆਂ ਦਿਨ ਰਾਤ ਕਰਕੇ ਖਿੱਚਦਾ ਕੰਮ ਹੈ। ਤੇ ਅੱਜ ਸੁਖਬੀਰ ਸਿੰਘ ਬਾਦਲ ਦਾ ਬੜਾ ਤਕੜਾ ਬਿਆਨ ਹੈ, ਕਹਿੰਦਾ ਨਵਜੋਤ ਸਿੱਧੂ ਤਾਂ ਪਾਗਲ ਹੈ, ਕਹਿੰਦੇ ਇਹਦੀਆਂ ਪਾਗਲਾਂ ਵਾਲੀਆਂ ਹਰਕਤਾਂ ਕਰਦਾ ਰਹਿੰਦਾ ਹੈ ਜੀ। ਤੇ ਉਧਰ ਸਿੱਧੂ ਕਹਿੰਦਾ ਮਜੀਠੀਆ ਦੇ ਖਿਲਾਫ ਕਹਿੰਦੇ ਕਾਰਵਾਈ ਨਹੀਂ ਹੋਣ ਦਿੱਤੀ ਸਾਡੇ ਮੁੱਖ ਮੰਤਰੀ ਨੇ। ਬਿਲਕੁਲ ਜੀ, ਬਿਲਕੁਲ। ਜਿਹੜੇ ਸਿੱਧੂ ਸਾਹਿਬ ਉਹਨਾਂ ਕਿਹਾ ਵੀ ਸਾਡੇ ਮੁੱਖ ਮੰਤਰੀ ਨੇ ਮਜੀਠੀਆ ਦੇ ਖਿਲਾਫ ਕਾਰਵਾਈ ਨਹੀਂ ਹੋਣ ਦਿੱਤੀ, ਤੇ ਫਿਰ ਸਾਨੂੰ ਵੱਡੀ ਕਾਰਵਾਈ ਕਰਨੀ ਪਈ, ਮੁੱਖ ਮੰਤਰੀ ਲੱਭ ਕਰਨਾ ਪਿਆ ਜੀ। ਉਹਨਾਂ ਦਾ ਇਸ਼ਾਰਾ ਕੈਪਟਨ ਅਮਰਿੰਦਰ ਸਿੰਘ ਵੱਲ ਸੀਗਾ ਜੀ ਵੀ ਕੈਪਟਨ ਅਮਰਿੰਦਰ ਸਿੰਘ ਨੇ 4.5 ਸਾਲ ਗੱਲਾਂ ਕੀਤੀਆਂ ਵਾ, ਕੋਈ ਕੰਮ ਨਹੀਂ ਕੀਤਾ। ਮਜੀਠੀਆ ਦਾ ਜਿਹੜਾ ਮਸਲਾ ਸਾਡਾ ਬੜਾ ਸੀਰੀਅਸ ਮਸਲਾ ਸੀਗਾ ਜੀ, ਜਿਹਦੇ ਤੇ ਬਕਾਇਦਾ ਤੌਰ ਤੇ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਲਾਂਭੇ ਕੀਤਾ, ਤੇ ਫਿਰ ਮਜੀਠੀਆ ਦੇ ਖਿਲਾਫ ਕਾਰਵਾਈ ਹੋਈ ਹੈ। ਤੇ ਤੁਸੀਂ ਵੇਖੋ ਤੇਲ ਦੀ ਧਾਰ ਵੇਖੋ, ਮਜੀਠੀਆ ਜਿਹੜਾ ਬਿਹਾਈਂਡ ਦਾ ਬਾਤ ਹੋਏਗਾ। ਅੱਛਾ ਜੀ।
ਅੱਜ ਨਹੀਂ ਕੱਲ ਹੋਏਗਾ। ਇਹ ਗੱਲ ਬਕਾਇਦਾ ਤੌਰ ਤੇ ਚੰਨੀ ਸਾਹਿਬ ਨੇ ਵੀ ਕੱਲ ਕਹਿ ਦਿੱਤੀ ਵੀ ਮਜੀਠਾ ਜਿਹੜਾ ਉਹ ਬੇਹਾਈਂਦੀ ਬਾਹਰ ਹੋਏਗਾ, ਚਿੰਤਾ ਨਾ ਕਰੋ ਕਿਸੇ ਗੱਲ ਦੀ। ਉਹਨੂੰ ਭਜਾ ਰਹੇ ਨੇ ਸਾਰੇ ਜੀ, ਭਜਣਾ ਤੂੰ ਭਜਾ ਵੀ ਸਾਹੋ ਸਾਹੀ ਕਰ ਲੈ। 2 ਦਿਨ ਪਹਿਲਾਂ ਬਕਾਇਦਾ ਤੌਰ ਤੇ ਅੰਮ੍ਰਿਤਸਰ ਦੇ ਇੱਕ ਹੋਟਲ 'ਚ ਬਹਿ ਕੇ ਉਹਨੇ ਬੜਕ ਮਾਰੀ ਸੀ, ਮੈਨੂੰ ਫੜ ਕੇ ਵਿਖਾਉਣ। ਫੜ ਦੇਖੋ ਨਹੀਂ ਜੇ ਮੈਨੂੰ ਪਰਚਾ ਹੋਣ ਤੋਂ ਪਹਿਲਾਂ ਜਾਂ ਹੁਣ ਪਿੱਛੇ ਜੇ ਵੀ ਬਾਅਦ ਚ? ਹੋਣ ਤੋਂ ਪਹਿਲਾਂ ਜੀ, ਪਰਚਾ ਹੋਣ ਤੋਂ ਪਹਿਲਾਂ। ਅੱਛਾ ਅੱਛਾ। ਤੇ ਜਦੋਂ ਪਰਚਾ ਹੋ ਗਿਆ ਮੁੜ ਕੇ ਲੱਭਾ ਹੀ ਨਹੀਂ, ਕਿੱਥੇ ਨਹੀਂ ਹੈਗਾ। ਉਹ ਇਸ ਕਰਕੇ ਜਿਹੜਾ ਉਹਨੇ ਕਹਿ ਦਿੱਤਾ ਵੀ ਮੁੱਖ ਮੰਤਰੀ ਸਾਡਾ ਸੀ, ਉਹ ਬਿਲਕੁਲ ਕਾਰਵਾਈ ਨਹੀਂ ਸੀ ਹੋਣ ਦਿੰਦਾ। ਉਹਦੇ ਕਰਕੇ ਸਾਨੂੰ ਜਿਹੜਾ ਬੜਾ ਜਿਹੜਾ ਸੀ ਉਹ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ। ਹੁਣ ਕਾਰਵਾਈ ਕੀਤੀ, ਅਸੀਂ ਅੰਜਾਮ ਤੱਕ ਪਹੁੰਚਾਵਾਂਗੇ ਕਿਸੇ। ਉਹ ਕਹਿੰਦਾ ਅੱਜ ਤੱਕ ਜਿਹੜੇ ਉੱਤੇ ਬੈਠੇ ਨੇ ਮੋਰਚੇ ਦੇ ਉੱਤੇ ਬਹਿਬਲ ਕਰਨ ਦੇ ਕੋਈ ਨਹੀਂ ਗਿਆ, ਮੈਂ ਗਿਆ ਜੀ। ਹਾਂ, ਜਾ ਕੇ ਆਇਆ, ਬਿਲਕੁਲ ਜਾ ਕੇ ਬਹਿ ਕੇ ਗਿਆ, ਨਾਲ ਗੱਲਬਾਤ ਵੀ ਕਰਕੇ ਆਇਆ। ਮੈਂ ਕਿਹਾ ਵੀ ਪਰ ਇਹਨੂੰ ਮੁੱਖ ਮੰਤਰੀ ਸਾਹਿਬ ਨੂੰ, ਭਾਜੀ ਜਿਹੜੇ ਇਹਨਾਂ ਦੇ ਪੀੜਤ ਪਰਿਵਾਰ ਨੇ, ਇਹਨਾਂ ਨੂੰ ਨੌਕਰੀਆਂ ਦਿਓ ਸਰਕਾਰੀ, ਤੇ ਮਿਲਣਗੀਆਂ ਨੌਕਰੀਆਂ। ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਸੀਗੇ, ਸੋਨੀਆ ਗਾਂਧੀ ਕਾਂਗਰਸ ਦੀ ਪ੍ਰਧਾਨ ਸੀ, ਤੇ ਉਹਨੂੰ ਪੁੱਛ ਕੇ ਚੱਲਦੇ ਸੀ ਜੀ। ਇਸ ਕਰਕੇ ਚੰਨੀ ਸਾਹਿਬ ਨੂੰ ਕਹਿੰਦਾ ਵਾਕਿਆ ਮੁੱਖ ਮੰਤਰੀ ਦੇ ਪ੍ਰਧਾਨ ਵੀ ਹੈਗਾ, ਮੇਰੀ ਸਲਾਹ ਸੁਣ ਲਿਆ ਕਰੋ, ਮਾੜੀ ਮੁੱਠੀ ਕਦੇ ਮੇਰੀ ਵੀ ਗੱਲ ਆਖੇ ਲੱਗ ਜਾ ਕਰੋ। ਇਹ ਵੀ ਗੱਲ ਕਹਿੰਦਾ ਵੇਖੋ ਡੀਜੀਪੀ ਬਦਲਾਇਆ ਤੇ ਜੁੱਤ ਨਾ ਬਦਲਾਇਆ, ਜੇ ਐਡਵੋਕੇਟ ਜਨਰਲ ਬੁਲਾਇਆ ਜੁੱਤ ਨਾ ਬੁਲਾਇਆ ਤੇ ਕਾਰਵਾਈ ਫੇਰ ਹੋਈ ਹੈ। ਕਾਰਵਾਈ ਫੇਰ ਹੋਈ ਹੈ। ਹੁਣ 4 ਤਰੀਕ ਨੂੰ ਮੀਟਿੰਗ ਹੈ UPSC ਦੀ। ਮੈਨੂੰ ਉਮੀਦ ਹੈ ਵੀ ਸ਼ਾਇਦ ਮੀਟਿੰਗ ਫਿਰ ਪੋਸਟਪੋਨ ਹੋ ਜਾਏ ਇੱਕ ਵਾਰੀ। ਜੇ ਇੱਕ ਵਾਰੀ ਪੋਸਟਪੋਨ ਹੋ ਗਈ ਤੇ ਫਿਰ ਉਹ 31 ਮਾਰਚ ਤੱਕ ਕੱਢ ਜਾਣਗੇ। ਫਿਰ ਤਾਂ ਕੱਢ ਕੇ ਚਟੋਪਾਧਿਆ ਸਾਹਿਬ ਫਿਰ ਨਹੀਂ, ਫਿਰ ਜਿਹੜੀ ਉਹ ਇਲੈਕਸ਼ਨ ਆ ਜਾਣੀ, ਫਿਰ ਉਹਦੀ ਬਦਲੀ ਦੀ ਕੋਈ ਗੱਲ ਬਣਦੀ ਨਹੀਂ। 4 ਨੂੰ ਮੀਟਿੰਗ ਹੋਣੀ ਤੇ ਚਟੋਪਾਧਿਆ ਨੇ ਜੇ ਕੀਤਾ ਕੰਮ ਤੇ ਠੀਕ ਕੀਤਾ। ਤੁਹਾਨੂੰ ਪਤਾ ਹੋਏ BSF ਚ ਰਹਿ ਜੀ, BSF ਦੇ ਵਿੱਚ ਜਿਹੜਾ ਬਾਰਡਰ ਇਹਨਾਂ ਕੋਲ ਹੈਗਾ ਸੀ ਚਾਈਨਾ ਦੇ ਪਾਕਿਸਤਾਨ, ਉੱਥੇ ਬੜੀ ਬਾਖੂਬੀ ਇਹਨਾਂ ਉੱਥੇ ਪ੍ਰਬੰਧ ਕੀਤੇ ਸੀ ਸਾਰੇ। ਇਹਦਾ ਮਤਲਬ ਕੇਂਦਰ ਨਾਲ ਫਿਰ ਲਿੰਕ ਹੈਗੇ, ਇਹਨਾਂ ਦੇ ਲਿੰਕ ਹੈਗੇ, ਅੱਛੇ ਪ੍ਰਬੰਧ ਕੀਤੇ ਉੱਥੇ ਇਹਨਾਂ ਨੇ। ਸਾਰੇ ਸਿਫਤ ਕਰਦੇ ਹੁੰਦੇ ਸੀ ਕਿ ਵਧੀਆ ਪ੍ਰਬੰਧ ਕੀਤੇ ਚਟੋਪਾਧਿਆ ਸਾਹਿਬ ਨੇ ਜੀ। ਇਸ ਕਰਕੇ ਉਹ ਕਾਰਵਾਈ ਕਰਨੀ ਜਾਣਦੇ, ਕਰਤੀ ਉਹਨਾਂ ਨੇ ਆਪਣੇ ਲੈਵਲ ਦੇ ਉੱਤੇ। ਤੇ ਸਿੱਧੂ ਸਾਹਿਬ ਆਪਣਾ ਕਿਤਨੇ ਕਿਤੇ ਵੰਝ ਮਾਰ ਜਾਂਦੇ ਆ। ਇਸ ਕਰਕੇ ਉਹਨਾਂ ਕਹਿ ਦਿੱਤਾ ਵੀ ਭਾਈ ਸਾਡਾ ਮੁੱਖ ਮੰਤਰੀ ਦਾ ਪਹਿਲਾਂ ਸੀ, ਵਾਕਿਆ ਹੀ ਮਜੀਠੇ ਸਾਹਿਬ ਕਾਰਵਾਈ ਨਹੀਂ ਸੀ ਕਰਨ ਦਿੰਦਾ ਕੋਈ। ਤੇ ਮਜੀਠੇ ਦੇ ਬਿਆਨ ਵੀ ਬੜੇ ਸਖਤ ਹੁੰਦੇ। ਸਿੱਧੂ ਨੂੰ ਤਾੜੀ ਮਾਰੋ, ਤਾੜੀ ਠੋਕੋ ਤਾੜੀ ਦਾ, ਵੇਖੋ ਨਹੀਂ ਉਹਨੇ ਬਿਆਨ ਦਿੱਤਾ, ਬਿਆਨ ਦਿੱਤਾ। ਉਹ ਕਹਿੰਦਾ ਸੀ 6.25 ਫੁੱਟ ਦਾ ਪਤਲਾ, ਅਸੀਂ ਫੜ ਕੇ ਅੰਦਰ ਜਾਣਗੇ ਇੱਕ ਨਾ ਕਿਤੇ। ਜੀ 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 ਜੀ। ਸੋ ਪ੍ਰੋਗਰਾਮ ਚੱਲ ਰਿਹਾ ਜੀ ਸ਼ਮਾਦਾਨ, ਤੇ ਮੇਰੇ ਨਾਲ ਇਸ ਵਕਤ ਸਰਦਾਰ ਜਸਵੀਰ ਸਿੰਘ ਪੱਟੀ ਨੇ। ਤੇ ਤੁਸੀਂ ਮੇਰੇ ਨਾਲ ਫੋਨ ਕਾਲ ਕਰਨ ਦੇ ਲਈ ਫੋਨ ਕਰ ਸਕਦੇ ਹੋ 9216410666 ਦੇ ਉੱਤੇ ਸਟੂਡੀਓ ਕਾਲ ਕਰ ਸਕਦੇ ਹੋ। ਤੇ ਹੁਣ ਅੱਜ ਵੈਸੇ ਰਾਣਾ ਸੋਢੀ ਦੀ ਸਿਕਿਉਰਿਟੀ Z+ ਕਰਤੀ ਹੈ ਜੀ ਕਹਿੰਦੇ, ਤੇ ਕਿਉਂਕਿ BJP 'ਚ ਗਏ ਨੇ ਤੇ ਬੜਾ ਜਿਹੜਾ ਉਸ 'ਤੇ ਹਲੂਣਾ ਜਿਹਾ ਚੱਲੀ ਜਾਂਦੇ ਹੈ। ਤੇ ਹੁਣ ਆਪਾਂ ਗੱਲ ਕਰ ਲਈਏ ਵੀ BJP ਵੱਲ ਜਿਹੜੇ ਜਾ ਰਹੇ ਨੇ, ਤੇ ਉਹਨਾਂ ਬਾਰੇ ਵੀ ਥੋੜ੍ਹੀ ਜਿਹੀ ਚਾਨਣਾ ਪਾਓ। ਕਾਂਗਰਸ ਤੋਂ ਬਾਅਦ ਅਕਾਲੀ, ਕਿਉਂਕਿ ਅਕਾਲੀਆਂ ਨੇ ਪਹਿਲਾਂ BJP ਦੇ ਬੰਦੇ ਲਏ ਸੀ। ਦੇਖੋ ਇੱਕ ਗੱਲ ਨਾ ਭੁੱਲੋ ਤੁਸੀਂ ਜੀ, BJP ਦੇ ਵਿੱਚ ਜਦੋਂ ਪੱਛਮੀ ਬੰਗਾਲ ਚੋਣਾਂ ਸੀ, ਇਸੇ ਤਰੀਕੇ ਨਾਲ ਲੀਡਰ ਗਏ ਸੀ। ਤੇ ਮੁੜ ਕੇ ਮਮਤਾ ਦੇ ਮਾਫੀ ਮੰਗ ਕੇ ਪੈਰਿਸ ਲਾ ਕੇ ਵਾਪਸ ਵੀ ਵੱਡੀ ਕੀਤੀ। ਜੀ ਜੀ ਜੀ। ਹੁਣ ਅੱਜ ਦੀ ਡੇਟ ਦੇ ਵਿੱਚ ਜਿਨ੍ਹਾਂ ਨੂੰ ਪਤਾ ਵੀ ਸਾਨੂੰ ਟਿਕਟ ਨਹੀਂ ਮਿਲ ਰਹੀ, ਉਹ ਵਾਕਿਆ BJP ਜਾ ਰਿਹਾ। ਨਾ ਉਹ ਢੀਂਡਸੇ ਕੋਲ ਜਾ ਰਿਹਾ, ਨਾ ਕੈਪਟਨ ਕੋਲ ਜਾ ਰਿਹਾ, BJP ਜਾ ਰਿਹਾ। BJP ਜੇ 2 ਤੋਂ ਲੈ ਕੇ ਆਪਣੀ 12 ਸੀਟਾਂ ਵਧਾ ਜਾਂਦੀ, ਮੈਨੂੰ ਉਹਦੀ ਬੜੀ ਵੱਡੀ ਪ੍ਰਾਪਤੀ ਹੋਈ ਜੀ। ਬੇਸਿਕਲੀ ਕਹਿੰਦੇ ਸਰਕਾਰ ਬਣਾਉਣੀ ਚੰਗੀ ਗੱਲ, ਬਣਾਓ ਸਰਕਾਰ ਦੀ, ਬਣਾਉਣੀ ਚਾਹੀਦੀ। ਪੰਜਾਬ ਦੇਸ਼ ਦੀ ਖੜਕ ਪੁੱਜਾ ਵਾਲਾ ਸੂਬਾ ਜੀ, ਜਿਹਦੀ ਵੀ ਸਰਕਾਰ ਇੱਥੇ ਬਣਦੀ ਉਹਨੂੰ ਬਕਾਇਦਾ ਤੌਰ ਤੇ ਲਾਜ਼ਮੀ ਸੂਬੇ ਚ ਲਾਭ ਪੁੱਜਦਾ ਹੀ ਚਾਹੀਦਾ। ਇਸ ਕਰਕੇ BJP ਕੋਸ਼ਿਸ਼ ਜ਼ਰੂਰ ਕਰ ਰਹੀ ਹੈ, ਲੇਕਿਨ ਸਰਕਾਰ ਬਣਾਉਣੀ ਤੇ ਦੂਰ ਦੀ ਕੋਡੀ ਹੈ। ਲੇਕਿਨ ਉਹ ਮਹਿਸੂਸ ਕਰਦੇ ਕਿ ਜੇ ਇਹੋ ਜਿਹੇ ਲੀਡਰ ਤੋੜ ਤਾੜ ਕੇ ਅਸੀਂ ਜਿਹੜੇ ਉਹ ਬਕਾਇਦਾ ਤੌਰ ਤੇ ਵਿਰੋਧੀ ਧਿਰ ਵੀ ਅਜੇ ਸਾਡੀ ਬੜੀ ਵੱਡੀ ਪ੍ਰਾਪਤੀ, ਬਿਲਕੁਲ ਬੜੀ ਵੱਡੀ ਪ੍ਰਾਪਤੀ ਹੋਏ ਜੀ, ਲੇਕਿਨ ਲੱਗਦਾ ਨਹੀਂ। ਵੋਟਾਂ ਲੋਕਾਂ ਨੇ ਪਾਉਣੀਆਂ,
ਜੀ ਇਹ ਡਿਫੰਕ ਲੀਡਰਾਂ ਨੇ ਪਾਉਣੀ ਆ। ਹੁਣ ਕੀ ਵੇਖੋ ਕਹੀ ਜਾਂਦਾ ਪਟਿਆਲੇ ਵਾਲਾ ਫਿਰੋਜ਼ਪੁਰ ਵਾਲਾ ਜੀ, ਉਹ ਕਹੀ ਜਾਂਦਾ ਜੀ ਵੇਖੋ ਜਿਹੜਾ ਡੀਜੀਪੀ ਮੈਨੂੰ ਤੋਂ ਖਤਰਾ, ਇਹਦਾ ਮਤਲਬ ਵੀ ਜਦੋਂ 5 ਤਰੀਕ ਹੋਣਾ ਵਾ ਸਾਡੇ ਪ੍ਰਧਾਨ ਮੰਤਰੀ ਸਿੰਘ ਉਦੋਂ ਉਹ ਵੀ ਜੁਆਇਨ ਕਰੇਗਾ ਆਪਣੇ ਬੀਜੇਪੀ ਜੀ। ਪੋਸੀਬਿਲਿਟੀ ਚ ਕੋਈ ਦੋਰਾਵਾ ਨਹੀਂ ਹੈਗੀ। ਲੇਕਿਨ ਇਹਨਾਂ ਲੋਕਾਂ ਦੀ ਮੈਂ ਤੁਹਾਨੂੰ ਪਹਿਲਾਂ ਵੀ ਗੱਲ ਦੱਸੀ ਸੀ ਕਿ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ 2016 ਚ ਪਾਰਟੀ ਬਣਾਉਣ ਦੀ ਗੱਲ ਕੀਤੀ ਸੀ ਤੇ 27 MLA ਤੇ 23 ਨੇ ਨਿਕਲ ਕਹਿਤੀ ਸੀ ਜੀ ਵੀ ਅਸੀਂ ਨਵੀਂ ਪਾਰਟੀ ਸ਼ਾਮਲ ਨਹੀਂ ਹੋ ਸਕਦੇ, ਸਾਨੂੰ ਕਾਂਗਰਸ ਨੇ ਬਹੁਤ ਕੁਝ ਦਿੱਤਾ, ਕੈਪਟਨ ਸਾਹਿਬ ਤੁਸੀਂ ਪਾਰਟੀ ਦੋਨੀ ਤੇ ਬਣਾਓ ਜੀ। ਅੱਜ ਵੀ ਉਹ ਲੋਕ ਬੈਠੇ ਨੇ ਕਾਂਗਰਸ ਦੇ ਵਿੱਚ ਜਿਹੜੇ ਕਹਿੰਦੇ ਨਹੀਂ ਜੀ ਸਾਡੀ ਮਾਂ ਪਾਰਟੀ ਕਾਂਗਰਸ ਹੈਗੀ, ਅਸੀਂ ਕਾਂਗਰਸ ਜਿਹੜੀ ਟਿਕਟ ਮਿਲੇ ਨਾ ਮਿਲੇ ਬਾਅਦ ਵੀ ਕਰ ਲੈ। ਜੀ 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 ਜੀ, ਬੜੇ ਬੰਦੇ ਇਹੋ ਜਿਹੇ ਹੈਗੇ ਨੇ। ਲੇਕਿਨ ਜਿਹੜੇ ਆਹ ਬੰਦੇ ਜਾ ਰਹੇ ਨੇ ਇਹਨਾਂ ਦੇ ਨਾਲ ਉਹਨਾਂ ਦੀ ਵੋਟਾਂ ਨਹੀਂ ਜਾਣੀਆਂ ਜੀ। ਇੱਕ ਗੱਲ ਨੋਟ ਕਰ ਲਓ, ਜਿਹੜੀਆਂ ਵੋਟਾਂ ਪਹਿਲਾਂ ਜੁੜੀਆਂ ਨੇ, ਕੋਈ ਕਾਂਗਰਸ ਨਾਲ ਜੁੜੀਆਂ ਨੇ, ਕੋਈ ਆਪ ਨਾਲ ਜੁੜੀਆਂ ਨੇ, ਕੋਈ ਆਪਣੇ ਨਾਲ ਅਕਾਲੀ ਨਾਲ ਜੁੜੀਆਂ ਰਹਿਣੀਆਂ, ਉਹਨਾਂ ਨੂੰ ਕੋਈ ਫਰਕ ਨਹੀਂ ਪੈਣਾ। ਉਹ ਵੋਟ ਬੈਂਕ ਨਹੀਂ ਜਾਣਾਗਾ। ਜੇ ਕੋਈ 1000-2000 ਵੋਟ ਬੈਂਕ ਲੈ ਜੂ ਤੇ ਕੋਈ ਪਤਾ ਫਰਕ ਪੈ ਨਹੀਂ ਲੱਗਾ। ਲੇਕਿਨ ਜਿਹੜੇ ਇਹ ਜਾ ਰਹੇ ਨੇ ਇਹਨਾਂ ਨੂੰ ਇਹ ਥੋੜਾ ਜਿਹਾ ਆਪਣੀ ਪੀੜੀ ਥੱਲੇ ਜ਼ਰੂਰ ਸੋਚਣਾ ਫਿਰਨਾ ਪੈਂਦਾ। ਤੁਸੀਂ ਕਿਹਾ ਥੋੜੀ ਜਿਹੜੀ Z+ ਦੀ, ਮੈਂ ਨਾ Z+ ਕਿ ਡਬਲ Z ਦੇ ਦੇਣ ਕੋਈ ਤਾਂ ਵੀ ਪੂਰਾ ਛੋਟੀ ਨੂੰ ਕਹਿੰਦਾ ਖਤਰਾ ਨਹੀਂ ਉੱਥੇ। ਨਹੀਂ ਉਹੀ ਤਾਂ ਗੱਲ, ਅੱਜ ਤੱਕ ਤਾਂ ਕੋਈ ਖਤਰਾ ਨਹੀਂ ਸੀ ਉਹਨੂੰ। ਇਹ ਤਾਂ ਸਿਰਫ ਉਹ ਕਹਿੰਦੇ ਵੀ ਇਹਨੂੰ ਮਿਲੇ ਕੋਈ ਨਾ ਕਿਤੇ ਵਾਪਸ ਨਾ ਚੱਲ ਜੇ। ਇੱਕ ਵੈਸੇ ਇਹ ਵੀ ਗੱਲ ਸਿਆਣੀ ਹੈ, ਇਹ ਵੀ ਗੱਲ ਤਰੀਕਾ ਵੀ ਬੰਦਾ ਨੇੜੇ ਹੀ ਨਾ ਲੱਗਣ ਦੇ ਕੋਈ। CID ਸਿਕਿਉਰਿਟੀ ਦੇ ਨਾਂ ਤੇ CID ਛੱਡਤੀ। ਬਿਲਕੁਲ ਸਿਕਿਉਰਿਟੀ ਦਾ CID ਛੱਡ ਦਿੱਤੀ ਉਹਨਾਂ ਨੇ। ਇਸ ਕਰਕੇ Z+ ਜੋ ਦੇ ਦੇਣ, ਜਿਹੜੀ ਮਰਜ਼ੀ ਦੇ ਦੇਣ, ਬਾਕੀ ਨੂੰ ਦੇ ਦੇਣਗੇ, ਕੋਈ ਫਰਕ ਨਹੀਂ ਪੈਂਦਾ। ਸਾਡੀਆਂ ਫੋਰਸਿਸ ਬੜੀਆਂ ਬੈਠੀਆਂ ਨੇ ਜੀ। ਬਕਾਇਦਾ ਤੌਰ ਤੇ ਸਾਡੇ ਜਿਹੜੇ ਰਮੰਨਾ ਸਾਹਿਬ ਹੈਗੇ ਨੇ ਸੁਪਰੀਮ ਕੋਰਟ ਦੇ ਚੀਫ ਜਸਟਿਸ, ਉਹਨਾਂ ਨੇ ਖਿਲਾਫ ਕੀਤਾ ਸੀ ਵੀ ਜੋ ਲੋਕ ਸੇਵਾ ਦਾ ਨੂੰ ਕਾਹਦੀ ਸਿਕਿਉਰਿਟੀ ਜੀ, ਕਿਹਨੂੰ ਸਿਕਿਉਰਿਟੀ ਦੇਣ ਲੋਕ ਸੇਵਾ ਕਰੋ, ਲੋਕਾਂ ਦੀ ਸੇਵਾ ਤੁਸੀਂ ਜਾ ਕੇ ਜੀ ਜੀ। ਤੇ ਸੰਗੀਨਾ ਦੀ ਹੱਥ ਛਾਂ ਤੇ ਡਾਕੇ ਮਾਰੇ ਜਾ ਸਕਦੇ, ਸੇਵਾ ਨਹੀਂ। ਬਿਲਕੁਲ ਬਿਲਕੁਲ, ਗੱਲ ਤਾਂ ਤੁਹਾਡੀ ਸਿਆਣੀ ਹੈ। ਸੰਗੀਨਾ ਦੀ ਛਾਂ ਹੇਠ ਤਾਂ ਡਾਕੇ ਹੀ ਵੱਜਦੇ ਆ। ਜੀ ਜੀ ਜੀ। ਹੁਣ ਦੇਖਦੇ ਆ ਆਗੇ ਹੋਤਾ ਹੈ ਕਿਆ। ਹਾਂਜੀ ਬਿਲਕੁਲ ਜੀ, ਬਿਲਕੁਲ ਬਿਲਕੁਲ। ਤੇ ਨਵਜੋਤ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਦਾ ਚਿਹਰਾ ਐਲਾਨ ਕਰੋ ਤੇ ਦੁੱਧ ਤਾਂ ਬਿੱਲਾ ਪੀ ਗਿਆ। ਇਹ ਬਿੱਲਾ ਕਿਹਨੂੰ ਆਖਿਆ ਜੀ ਉਹਨਾਂ ਨੇ? ਉਹ ਕਹਿੰਦੇ ਉਹਨੂੰ ਗੁੱਸਾ ਕਿਉਂ ਚੜ੍ਹਦਾ ਜੀ। ਪਹਿਲੀ ਗੱਲ ਤਾਂ ਉਹਨੇ ਕਿਹਾ ਮੁੱਖ ਮੰਤਰੀ ਦਾ ਐਲਾਨ ਕਰੋ। ਆਂਦਾ ਮੈਂ ਪਿਛਲੀ ਵਾਰੀ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਨੂੰ ਪੁੱਛਦਾ ਰਿਹਾ ਵੀ ਦੱਸੋ ਤੁਸੀਂ ਭਰਾਓ ਤੁਹਾਡਾ ਮੁੱਖ ਮੰਤਰੀ ਦਾ ਚਿਹਰਾ ਕੌਣ, ਲਾੜਾ ਕੌਣ ਆ? ਜੀ ਜੀ। ਵੋਟ ਥੱਲੇ ਬਰਾਤ ਬੈਠੀ ਤੂਤੀਆਂ ਵਜੇ ਤੂੰ ਕਰੀ ਜਾਂਦੀ ਹੈ ਤੇ ਤੁਹਾਡਾ ਲਾੜਾ ਕਿੱਥੇ ਦਿਖਾਓ ਤੁਸੀਂ? ਐਤਕੀ ਸਾਡੇ ਲਾੜੇ ਦਾ ਕੋਈ ਨਹੀਂ ਪਤਾ ਲੱਗਦਾ। ਅੱਛਾ। ਇੱਕ ਪਾਸੇ ਉਹ ਕਹਿੰਦੇ ਵੀ ਹਾਈ ਕਮਾਂਡ ਨੇ ਫੈਸਲਾ ਕਰਨਾ ਵੀ ਕਿਹਨੂੰ ਲਾੜਾ ਬਣਾਉਣਾ ਤੇ ਕਿਹਨੂੰ ਸਰਬਾਲਾ ਬਣਾਉਣਾ ਜੀ। ਤੇ ਦੂਜੇ ਪਾਸੇ ਕਹਿੰਦੇ ਵੀ ਹਾਈ ਕਮਾਂਡ ਐਲਾਨੇ ਵੀ ਸਾਡਾ ਲਾੜਾ ਕਿਹੜਾ ਹੋਊਗਾ ਜੀ। ਤੀਜੇ ਪਾਸੇ ਕਹਿ ਦਿੰਦੇ ਵੀ ਖੁਦ ਇਹ ਫੈਸਲਾ ਬਾਅਦ ਚ MLA ਕਰ ਲੈਣਗੇ। ਇੱਕ ਚੀਜ਼ ਦਾ 3-3 4 ਬਿਆਨ ਆ ਰਹੇ ਨੇ। ਅੱਛਾ। ਪਰ ਸਿੱਧੂ ਸਾਹਿਬ ਜਿਹੜਾ ਕੱਲ ਦਾ ABP ਨਿਊਜ਼ ਦਾ ਤੇ C ਵੋਟਰ ਦਾ ਜਿਹੜਾ ਹੈਗਾ ਤੁਹਾਡਾ ਸਰਵੇ, ਉਹ ਪੜ੍ਹ ਲਓ ਥੋੜਾ ਜਿਹਾ ਕੀ ਕਹਿੰਦਾ। ਅੱਛਾ, ਉਹ ਕੀ ਕਹਿ ਗਿਆ ਜੀ? ਹਾਲੀ ਸਰਵੇਆਂ ਦੇ ਵਿੱਚ ਬਹੁਤ ਹੀ ਯਕੀਨ ਨਹੀਂ ਰੱਖਣਾ ਚਾਹੀਦਾ, ਫਿਰ ਵੀ ਸਰਵੇ ਹੁੰਦੇ। ਉਹ ਕਹਿੰਦੇ ਆ ਵੀ ਪਹਿਲਾਂ ਕੇਜਰੀਵਾਲ ਪਹਿਲੇ ਨੰਬਰ ਸੀ ਪੰਜਾਬ ਦੇ ਵਿੱਚ, ਵੀ ਲੋਕ ਚਾਹੁੰਦੇ ਵੀ ਕੇਜਰੀਵਾਲ ਦੀ ਸਰਕਾਰ ਬਣੇ ਜੀ। ਅੱਜ ਜਿਹੜਾ ਸਰਵੇ ਕੀਤਾ ਗਿਆ ਉਹਦੇ ਵਿੱਚ ਜਿਹੜੇ 32 ਲੋਕ ਚਾਹੁੰਦੇ ਆ ਵੀ ਚੰਨੀ ਦੀ ਸਰਕਾਰ ਦੁਬਾਰਾ ਬਣੇ ਜੀ। 24% ਕਹਿੰਦੇ ਕੇਜਰੀਵਾਲ ਦੇ ਹੱਕ ਦੇ ਵਿੱਚ ਤੇ 17% ਸੁਖਬੀਰ ਸਿੰਘ ਬਾਦਲ ਤੇ 13% ਭਗਵੰਤ ਮਾਨ ਦੇ ਹੱਕ ਦੇ ਵਿੱਚ ਜੀ। ਤੇ ਕੈਪਟਨ ਨੇੜੇ ਤੇੜੇ ਵੀ ਨਹੀਂ। ਸਿਰਫ 5% ਲੋਕ ਜਿਹੜੇ ਨਵਜੋਤ ਸਿੰਘ ਸਿੱਧੂ ਦੇ ਹੱਕ ਚ ਤੇ 2% ਕੈਪਟਨ ਅਮਰਿੰਦਰ ਸਿੰਘ ਦੇ ਹੱਕ ਤੇ ਇਹ ਸਰਵੇ ਮੈਂ ਮੰਨ ਲਓ ਤੁਸੀਂ ਜੀ, ਫਿਰ ਵੀ ਸੰਕੇਤ ਹੈ ਕਿ ਮੈਂ ਨਹੀਂ ਮੰਨਦਾ ਵੀ ਇਹ ਸਹੀ ਹੋਊਗਾ। ਸੰਕੇਤ ਹੈਗੇ ਤੁਹਾਡੇ ਵਾਸਤੇ ਸਿੱਧੂ ਸਾਹਿਬ, ਸੰਕੇਤ ਹੈਗੇ ਨੇ। ਤੁਸੀਂ ਮੁੱਖ ਮੰਤਰੀ ਦੀ ਬਜਾਏ ਜੇ ਸੇਵਾ ਕਰਨੀ ਤੇ ਸੇਵਾ, ਮੈਂ ਅੱਗੇ ਵੀ ਇੰਨੀ ਗੱਲ ਕਹੀ ਸੀ, ਸੇਵਾ ਤਾਂ ਸ਼ਹੀਦ ਭਗਤ ਸਿੰਘ ਨੇ ਵੀ ਕੀਤੀ ਆ, ਰਾਜਗੁਰੂ ਨੇ ਵੀ ਕੀਤੀ ਆ, ਸੁਖਦੇਵ ਨੇ ਕੀਤੀ ਆ, ਮਦਨ ਲਾਲ ਢੀਂਗਰਾ ਜਿਹੜਾ ਬੜੇ ਵੱਡੇ ਅਮੀਰ ਪਰਿਵਾਰ ਦੇ ਵਿੱਚ ਸੀ ਉਹਨੇ ਵੀ ਕੀਤੀ ਜੀ। ਕੁਰਸੀਆਂ ਲੈ ਕੇ ਸੇਵਾ ਹੁੰਦੀ ਹੈ ਤੇ ਫਿਰ ਠੀਕ ਹੈ, ਲੈ ਲਓ ਕੁਰਸੀਆਂ ਤੁਸੀਂ, ਤੇ ਸੇਵਾ ਨਹੀਂ ਹੋਣੀ, ਫਿਰ ਗੱਲ ਫਿਰ ਉੱਥੇ ਲੁੱਟਮਾਰੀ ਹੋਣੀ, ਹੋਰ ਕੁਛ ਨਹੀਂ ਹੋਣਾ ਜੀ।
ਸਿੱਧੂ ਸਾਹਿਬ ਜਿੱਦਾਂ ਤੁਸੀਂ ਆਪਣੀਆਂ ਗੱਲਾਂ ਕਰਦੇ ਪਹਿਲਾਂ ਆਪਾਂ ਤੁਸੀਂ 17 ਸਾਲਾਂ ਲੋਕਾਂ ਨੂੰ ਰਿਪੋਰਟ ਕਾਰਡ ਤੇ ਦੇ ਦਿਓ। ਹਾਂ 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 17 ਸਾਲਾਂ 'ਚ ਕਿਹੜਾ ਵੱਡਾ ਮਾਰਕਾ ਮਾਰਿਆ? ਤੁਹਾਡੀ 17 ਸਾਲ ਦੀ ਸਿਆਸਤ ਆ, ਤੁਸੀਂ MP ਵੀ ਰਹੇ ਹੋ, ਤੁਸੀਂ MLA ਵੀ ਰਹੇ ਹੋ, ਤੁਸੀਂ ਮੰਤਰੀ ਵੀ ਰਹੇ ਹੋ, ਤੁਸੀਂ ਸੰਤਰੀ ਵੀ ਰਹੇ ਹੋ। ਜੀ ਬਿਲਕੁਲ ਰਿਪੋਰਟ ਕਾਰਡ ਦਿਓ ਲੋਕਾਂ ਨੂੰ। ਹੂੰ ਜੇ ਗੱਲਾਂ ਨਾਲ ਥੁੱਕੀ ਬੜੇ ਪੱਕਦੇ ਹੋਣ ਨਾ, ਗੱਲਾਂ ਥੁੱਕੀ ਬੜੇ ਪੱਕਦੇ ਹੋਣ ਤਾਂ ਲੋਕੀ ਪਕਾ ਦਿੰਦੇ ਉਹਨੂੰ। ਫਿਰ ਤਾਂ ਲੋੜ ਹੀ ਨਾ ਪਵੇ ਤੇਲ ਮੁੱਲ ਲਿਆਉਣ ਦੀ। ਬਿਲਕੁਲ ਬਿਲਕੁਲ। ਤੁਸੀਂ ਵੇਖੋ ਜੀ, ਭਗਤ ਪੂਰਨ ਸਿੰਘ ਨੇ ਸੇਵਾ ਕੀਤੀ ਜੀ। ਚਿਪਕੋ ਉਹਨਾਂ ਨੇ ਬੋਗਲਾ, ਉਹਨਾਂ ਨੇ ਲੋਕ ਦਰਖਤ ਕੱਟਣ ਤੋਂ ਰੋਕਿਆ। ਕੁੱਟ ਖਾਧੀ, ਡਾਂਗਾ ਖਾਧੀ, ਕਿ ਨਹੀਂ ਪੜ ਜਾਂਦੇ ਸੀ ਦਰਖਤ ਨੂੰ ਨਹੀਂ ਕੱਟਣ ਦੇਣੇ। ਬਾਬੇ ਆਮਟੇ ਨੇ ਸੇਵਾ ਕੀਤੀ ਜੀ। ਜੈ ਪ੍ਰਕਾਸ਼ ਨਰਗੈਣ ਨੇ ਸੇਵਾ ਕੀਤੀ। ਉਹਨਾਂ ਲੋਕਾਂ ਨੂੰ ਚੋਰਾਂ ਦਾ ਨਹੀਂ ਸੀ ਹੈਗਾ। ਬਿਲਕੁਲ ਨਹੀਂ, ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਜੀ। ਅੱਜ ਵੀ ਜੇ ਕਿਤੇ ਪਹਿਲੇ ਨੰਬਰ ਤੇ ਕੇਰਲਾ ਸਿਹਤ ਵਿਭਾਗ ਸਿਹਤ ਸੇਵਾਵਾਂ ਦੇ ਵਿੱਚ ਆਇਆ, ਉਹਦਾ ਕਾਰਨ ਲੋਕ ਉੱਥੇ ਆਪਣੇ ਲੋਕਾਂ ਨੂੰ ਪਿਆਰ ਕਰਦੇ, ਲੀਡਰ ਅਸੀਂ ਨੂੰ ਪਿਆਰ ਨਹੀਂ ਕਰਦੇ। ਜੇ ਕਿਤੇ ਲੀਡਰ ਨੂੰ ਕਹਿਤਾ ਭਾਈ ਤੂੰ ਐਤਕੀ ਇਲੈਕਸ਼ਨ ਨਹੀਂ ਲੜਨੀ, ਤੂੰ ਸੇਵਾ ਕਰਨੀ, ਕਹਿੰਦਾ ਠੀਕ ਆ, ਬਿਲਕੁਲ ਠੀਕ ਹੈ, ਤੁਸੀਂ ਲਾਓ ਜੀ। ਈਵਨ ਇੱਥੋਂ ਨਾ ਤਾਂ ਰਾਜਨਾਥ ਸਿੰਘ ਜਦੋਂ ਗ੍ਰਹਿ ਮੰਤਰੀ ਸੀ, ਉਹਨਾਂ ਨੇ ਇੱਛਾ ਪ੍ਰਗਟ ਕੀਤੀ ਸੀ ਮੈਂ ਸੰਗਠਨ ਦੇ ਕੰਮ ਕਰਨ ਨੂੰ ਪਹਿਲ ਦਿੰਦਾ ਮੰਤਰੀਸ਼ਿਪ ਨਾਲ। ਲੋਕਾਂ ਨਾਲ ਜੁੜੇ ਰਹਿੰਦੇ ਹੋ ਤੁਸੀਂ ਜੀ। ਇਸ ਕਰਕੇ ਸਿੱਧੂ ਸਾਹਿਬ ਬਾਰ-ਬਾਰ ਤੁਸੀਂ ਜਿਹੜੀਆਂ ਟਪਲੀਆਂ ਖਾਂਦੇ, ਮੈਨੂੰ ਮੁੱਖ ਮੰਤਰੀ ਅਨਾਉਂਸ ਕਰ ਦਿਓ, ਮੁੱਖ ਮੰਤਰੀ ਅਨਾਉਂਸ ਕੀ ਕਰੋਗੇ? ਮੁੱਖ ਮੰਤਰੀ ਇਸ ਤਰੀਕੇ ਨਾਲ ਤੁਸੀਂ ਡਿਕਟੇਟਰ ਬਣ ਕੇ ਚੱਲਦੇ ਹੋ। ਤੁਹਾਡੇ ਚੌਥੇ ਇੱਕ ਚੀਜ਼ ਇੱਥੇ ਦੱਸ ਦਿੰਦੇ ਆ, ਰਾਜੇ ਵੜਿੰਗ ਦਾ ਨੰਬਰ ਬੜਾ ਉੱਪਰ ਆ ਗਿਆ ਜਦੋਂ ਦਾ ਇਹਨੇ ਬੱਸਾਂ ਬੁੱਸਾਂ ਵਾਲੇ ਮਾਮਲੇ 'ਚ ਹੱਥ ਪਾਇਆ। ਬਿਲਕੁਲ ਸਹੀ ਗੱਲ, ਸਹੀ ਗੱਲ। ਹਾਂ, ਰਾਜਾ ਵੜਿੰਗ ਵੇਖੋ ਜੀ, ਜੇ ਕਿਤੇ ਐਤਕੀ 2022 ਦੇ ਵਿੱਚ 2027 ਚ ਬਕਾਇਦਾ ਤੌਰ ਤੇ ਮੁੱਖ ਮੰਤਰੀ ਜੀ ਏਦਾਂ ਕੰਮ ਕਰਦਾ ਰਿਹਾ। ਹਾਂ, ਮੁੱਖ ਮੰਤਰੀ ਦਾ ਚਿਹਰਾ ਵਸ਼ ਹੋਊਗਾ, ਚਿਹਰਾ ਦਾਅਵੇਦਾਰ ਹੋਏਗਾ ਜੀ ਉਹਦੇ। ਇਸ ਪਾਸੇ ਰਾਜਾ ਵੜਿੰਗ ਵਰਗਾ ਥੋੜੀ ਜਿਹੀ ਬੋਲਬਾਣੀ ਆਪਣੀ ਸੁਧਾਰਨੀ ਪਊਗੀ। ਚਲੋ ਹਜੇ ਥੋੜਾ ਜਿਹਾ ਉਸ ਹਿਸਾਬ ਨਾਲ ਚੱਲਦਾ, ਉਹਨੂੰ ਕੋਈ ਮੈਂਟਰ ਨਹੀਂ ਮਿਲਿਆ ਚੰਗਾ। ਜਿਹੜਾ ਮੈਂਟਰ ਸੀ ਜਗਮੀਤ ਬਰਾੜ, ਉਹ ਵੀ ਉਵੇਂ ਤੁਰਿਆ ਫਿਰਦਾ ਰਿਹਾ। ਹਾਂਜੀ, ਪਾਵਰ ਛੋਟੀ ਉਮਰ 'ਚ ਮਿਲ ਵਾਵਾ ਗਈ, ਉਹ ਮੈਂਟਰ ਨਹੀਂ ਮਿਲਿਆ ਉਹਨੂੰ। ਥੋੜਾ ਜਿਹਾ ਮੈਂਟਰ ਚੰਗਾ ਮਿਲ ਜੇ ਤਾਂ ਫਿਰ ਤਾਂ ਕਿਤੇ ਦੀ ਕਿਤੇ ਗੱਲ ਆ। ਵੇਖੋ ਜੀ, ਜਗਮੀਤ ਬਰਾੜ ਲੈ ਲਓ, ਵੀਰ ਦਵਿੰਦਰ ਲੈ ਲਓ, ਨਵਜੋਤ ਸਿੱਧੂ ਲੈ ਲਓ ਜੀ, ਸੁਖਪਾਲ ਖਹਿਰਾ ਲੈ ਲਓ। ਇੱਕੋ ਬੱਸ ਚੜਾਉਣ ਵਾਲੇ ਆ ਵੈਸੇ, ਹਨਾ ਜੀ। ਇੱਕ ਇਹ ਜਦੋਂ ਬੋਲਣ ਲੱਗਦੇ ਪਿੱਛਾ ਭੌਂਕਦੀ। ਮੈਂ ਕਹਿੰਦਾ ਬੱਸ ਇੱਕ 'ਚ ਚੜਾ ਦਈਏ ਇੱਕ ਵਾਰੀ ਤਾਂ ਇਹਨਾਂ ਨੂੰ। ਇਹਨਾਂ ਬੰਦਿਆਂ ਨੂੰ ਜਦੋਂ ਇਹ ਸਪੀਚ ਕਰਦੇ ਉਹਨਾਂ ਕੋਲ ਜੀ ਤੁਸੀਂ 5 ਮਿੰਟ ਰੁਕੋ, 5 ਮਿੰਟ ਚੁੱਪ ਕਰਕੇ ਬਹਿ ਜਾਓ ਇੱਥੇ। ਫਿਰ ਤੁਹਾਨੂੰ ਬਾਅਦ ਸਮਝ ਆਉਂਦੇ ਆ ਜੀ। ਉਹ 3 ਮਿੰਟਾਂ ਬਾਅਦ ਕਹਿਣਗੇ ਯਾਰ ਇਹ 5 ਮਿੰਟ ਹੋਏ ਨਹੀਂ ਇਹਦੇ। ਮਤਲਬ ਇੰਨੀ ਮੂੰਹ ਦੀ ਬਵਾਸੀਰੀ ਹੋ ਹੈਗੀ। ਨਹੀਂ, ਇਹਨਾਂ ਨੂੰ ਉਹ ਗੱਲ ਹੋ ਜੂਗੀ ਨਾ, 2 ਮਿੰਟ ਖੜ 5 ਮਿੰਟਾਂ 'ਚ ਆਇਆ, 5 ਮਿੰਟਾਂ 'ਚ ਆਇਆ। ਵੀ ਹੈਗੀ ਆ। ਬੰਦੇ ਕੰਮ ਦੇ, ਬੰਦੇ ਕਾਬਲ ਨੇ, ਕੋਈ ਸ਼ੱਕ ਵਾਲੀ ਗੱਲ ਨਹੀਂ। ਬਿਲਕੁਲ ਬਿਲਕੁਲ ਬਿਲਕੁਲ। ਜਗਮੀਤ ਬਰਾੜ ਵਧੀਆ ਬੁਲਾਰਾ ਸੀ। ਕਿਸੇ ਵੇਲੇ ਲੋਕ ਉਹਨੂੰ ਪੰਜਾਬ ਦੀ ਆਵਾਜ਼ ਕਹਿੰਦੇ ਸੀ ਜੀ, ਲੇਕਿਨ ਨਹੀਂ ਸੰਭਲ ਸਕਿਆ। ਸਿਆਸਤ ਜਿਹੜੀ ਆ 2 ਤੇ 2 4 ਨਹੀਂ, 2 ਤੋਂ 2 8 ਕਿਸੇ ਵੇਲੇ 2 ਤੋਂ 2 0 ਹੁੰਦੇ ਕਿਸੇ ਵੇਲੇ। ਬਿਲਕੁਲ ਹੋ ਜਾਂਦੇ ਜੀ, ਹੋ ਜਾਂਦਾ। ਉਹਦੇ ਵਿੱਚ ਸਿਆਸਤ ਨੂੰ ਜਿਹੜਾ ਬੰਦਾ ਸੰਭਾਲ ਲੈਂਦਾ ਉਹ ਕਰ ਜਾਂਦਾ, ਜਿਹੜਾ ਨਹੀਂ ਸੰਭਾਲਦਾ ਉਹ ਡੁੱਬ ਜਾਂਦਾ। ਇਹਦੀ ਸਿਆਸਤ ਤਾਂ ਦੇਖੋ ਜੀ, ਇੱਕ ਐਸੀ ਚੀਜ਼ ਹੈ ਜਿਹੜਾ ਇੱਕ ਵਾਰੀ ਤਿਲਕ ਗਿਆ ਮੁੜ ਕੇ ਨਹੀਂ ਕਾਬੂ ਆਉਂਦਾ ਕੰਮ। ਇਹ ਤਾਂ ਤਿਲਕਣੀ ਇਹੋ ਜਿਹੀ। ਇਹ ਤਾਂ ਤੁਸੀਂ ਵੇਖਦੇ ਹੋ ਨਾ, ਉਹ ਚੀਕਣੀ ਮਿੱਟੀ ਵਾਲੇ ਖੱਡੇ 'ਚ ਜਿਵੇਂ ਜਵਾਕ ਖੇਡਦੇ ਹੁੰਦੇ ਆ। ਬਿਲਕੁਲ ਜੀ, ਬਿਲਕੁਲ। ਨਵੀਂ ਕਹਾਣੀ ਪਾਤੀ ਸੁਖਬੀਰ ਸਿੰਘ ਬਾਦਲ ਨੇ ਅੱਜ। ਕੀ ਜੀ? ਸੁਖਬੀਰ ਬਾਦਲ ਗਏ ਨੇ ਕਾਦੀਆਂ ਦੇ ਵਿੱਚ, ਉੱਥੇ ਨਾ ਗੁਰਕਪਾਲ ਸਿੰਘ ਮਾਲ ਇਹਨਾਂ ਦਾ ਹੈਗਾ ਉਮੀਦਵਾਰ, ਉਹਦੇ ਹੱਕ 'ਚ ਰੈਲੀ ਕੀਤੀ ਜੀ। ਉੱਥੇ ਉਹ ਵਰੇ ਨੇ ਤ੍ਰਿਪਤ ਰਜਿੰਦਰ ਬਾਜਵਾ ਦੇ ਉੱਤੇ। ਅੱਛਾ ਜੀ। ਉਹ ਕਹਿੰਦਾ ਇਹਦੀ ਵੀ ਜਾਂਚ ਕਰੋ। ਜਸਵਿੰਦਰ ਸਿੰਘ ਮਲਤਾਨੀ ਤੇ ਗੁਰਪਤਵੰਤ ਸਿੰਘ ਪੰਨੂ ਨਾਲ ਇਹਦੀ ਰਿਸ਼ਤੇਦਾਰੀ ਆ। ਤ੍ਰਿਪਤ ਬਾਜਵੇ ਤੇ ਜੀ। ਤੇ ਤ੍ਰਿਪਤ ਬਾਜਵਾ ਤਾਂ ਕੰਮ ਬੜੇ ਕਰਦਾ ਸੀਗਾ। ਭੈਣ ਜੀ ਦਾ ਫੋਨ ਆ ਗਿਆ, ਮੈਂ ਤਾਂ ਬੰਦਾ ਨਹੀਂ ਬਦਲਣਾ। ਜੀ 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 ਜੀ। ਇਹਨਾਂ ਦੀ ਸਰਕਾਰ ਤੋਂ ਕਹਿੰਦੇ ਸੀ ਨਾ ਵੀ ਇੱਕ ਮੰਤਰੀ ਇਹੋ ਜਿਹਾ ਜਿਹੜਾ ਬਾਦਲਾਂ ਤੋਂ ਬਿਨਾਂ ਗੱਲ ਨਹੀਂ ਕਰਦਾ। ਤੇ ਹੁਣ ਕਹਿਤਾ ਵੀ ਗੁਰਪਤਵੰਤ ਸਿੰਘ ਪੰਨੂ ਦੇ ਭਰਾ ਨੂੰ ਬਕਾਇਦਾ ਤੌਰ ਤੇ ਨਾ ਚੇਅਰਮੈਨ ਲਾਇਆ ਸੀ ਬਲਵਿੰਦਰ ਸਿੰਘ ਸ਼ਰਨਾਓ ਦਾ, ਉਹਨੂੰ ਬਾਅਦ ਚ ਅਸਤੀਫਾ ਲੈ ਲਿਆ ਉਹਦੇ ਕੋਲ ਜੀ। ਇਹ ਦੱਸੇ ਤ੍ਰਿਪਤ ਬਾਜਵਾ ਵੀ ਕਿਹੜੇ ਖੱਤ ਚ ਲਾਇਆ ਸੀ ਤਾਂ ਰਿਸ਼ਤੇਦਾਰ ਗੁਰਪਤਵੰਤ ਸਿੰਘ ਪੰਨੂ। ਤੁਹਾਨੂੰ ਪਤਾ ਹੋਏਗਾ ਜਿਸ ਦਿਨ ਪਹਿਲੇ ਦਿਨ ਬਲਾਸਟ ਹੋਇਆ ਲੁਧਿਆਣੇ ਵਾਲਾ, ਗੁਰਪਤਵੰਤ ਪੰਨੂ ਦੇ ਉੱਥੋਂ ਇੱਕ ਫੋਨ ਕਰਕੇ ਗਈ ਸੀ ਸਾਰੇ ਪੰਜਾਬ ਦੇ। ਅੱਛਾ ਜੀ। ਉਹਦੀ ਕਾਲ ਜੀ ਆਉਂਦੀ ਉਹ ਬੜਾ ਉਹਦਾ ਕੰਮ ਜਿਹਾ ਹਨਾ। ਉਹ ਕਾਲ ਦੇ ਵਿੱਚ ਜਿੱਦਾਂ ਬੋਲਦਾ ਵਾ, ਬੜੇ ਰੋਬ ਨਾਲ ਤੇ ਬੜੇ ਟੌਰ ਨਾਲ ਬੋਲਦਾ।
ਉਹ ਕਹਿੰਦਾ ਅਸੀਂ ਵੇਖੋ ਜੀ ਨਾ ਬੰਬ ਬਲਾਸਟ ਕਰਦੇ ਆ, ਅਸੀਂ ਨਾ ਗੋਲੀ ਯਕੀਨ ਰੱਖਦੇ ਆ, ਨਾ ਬੈਲਟ ਬੁਲਟ ਰੱਖਦੇ, ਅਸੀਂ ਸਿਰਫ ਬੈਲਟ 'ਚ ਰੱਖਦੇ। ਅੱਛਾ, ਹੁਣ ਬੈਲਟ 'ਚ ਆ ਗਿਆ, ਉਹ ਬੈਲਟ ਤੇ ਆ ਗਿਆ। ਬੈਲਟ ਪਹਿਲਾਂ ਤਾਂ ਮੁੰਡਿਆਂ ਨੂੰ ਕਹਿੰਦਾ ਜੀ ਐਂ ਕਰੋ ਐਂ ਕਰੋ। ਸਾਡਾ ਕੋਈ ਸੰਬੰਧ ਨਹੀਂ ਨਾ ਹੈਗਾ ਜੀ, ਬਕਾਇਆ ਤੌਰ ਤੇ ਆਪਣੀ ਕਮੀ ਸੁਣੀ ਤੇ ਅਸੀਂ ਜਿਹੜੀ ਆ ਉਹ ਦੇ ਵਿੱਚ ਨਹੀਂ ਬੈਲਟ ਯਕੀਨ ਰੱਖਦੇ ਜੀ। ਜਸਵਿੰਦਰ ਸਿੰਘ ਮਲਤਾਨੀ ਜਿਹੜਾ ਵਾ ਉਹਦੇ ਪਰਿਵਾਰ ਦੇ ਪਿੰਡ ਜਿਹੜੇ ਮਨਸੂਰਪੁਰੀਆ ਪਿੰਡ ਹੁਸ਼ਿਆਰਪੁਰ ਦੇ ਵਿੱਚ ਉਹਦੇ ਪਿੰਡ ਦੇ ਲੋਕ ਕਹਿੰਦੇ ਬੰਦਾ ਹੀ ਨਹੀਂ ਏਦਾਂ ਦਾ ਹੈਗਾ। ਅੱਛਾ, ਇਹ ਜ਼ਰੂਰੀ ਥੋੜਾ, ਇਹ ਜ਼ਰੂਰੀ ਨਹੀਂ ਹੁੰਦਾ ਦੋ ਭਰਾਵਾਂ ਦੀ ਜੇ ਬਣਦੀ ਹੈ। ਆਪਣੇ ਇੱਕ ਬੰਦਾ ਮੈਂ ਨਾਂ ਹੀ ਲੈ ਦਿੰਦਾ, ਦਿਲਾਵਰ ਸਿੰਘ ਚਹਿਲ ਹੈ ਆਪਣੇ ਉੱਥੇ ਰਹਿੰਦੇ, ਹੁਣ ਉਹਨਾਂ ਦਾ ਸੁਭਾਅ ਹੋਰ ਹੈ ਤੇ ਉਹਨਾਂ ਦੇ ਭਰਾ ਸੁੱਖੀ ਚਹਿਲ ਦਾ ਸੁਭਾਅ ਹੋਰ ਹੈ। ਹੁਣ ਸੁੱਖੀ ਚਹਿਲ ਤਾਂ ਹਰੇਕ ਬੰਦੇ ਨਾਲ ਹੀ ਪਤਾ ਨਹੀਂ ਦੇਖੋ ਕਿਵੇਂ ਆਉਂਦਾ ਇੱਥੇ, ਉਹਦੇ ਕੋਲ ਪਤਾ ਨਹੀਂ ਕਿਵੇਂ ਹਰੇਕ ਥਾਂ ਵੜ ਕੇ ਫੋਟੋਆਂ ਖਿਚਾ ਦਿੰਦਾ ਆਪਦੀਆਂ, ਜਿਹੜਾ ਕੋਈ ਬਣਦਾ ਉਹਦੇ ਨਾਲ ਉਹਦੀ ਫੋਟੋ ਖਿੱਚ ਕੇ ਪਾਈ ਪਈ ਹੁੰਦੀ ਹੈ। ਹਾਂਜੀ, ਉਹਨੂੰ ਕੋਈ ਰੌਕੀ ਚਹਿਲ ਕੇ ਰੋਬਨ ਚਹਿਲ ਕਹਿੰਦੇ ਹੁੰਦੇ ਸੀ ਕਿਸੇ ਟਾਈਮ ਲੁਧਿਆਣੇ 'ਚ। ਜੀ 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 ਹੁਣ ਵੇਖੋ ਨਾ, ਜਿਵੇਂ ਗੱਗੀ ਸੀ, ਗਗਨਦੀਪ ਗੱਗੀ ਸੀ, ਉਹਦੇ ਜਿਹੜੇ ਭਗਵਾਨ ਵਾਲੇ ਸੀ ਉਹਨੇ ਬੜਾ ਪ੍ਰਚਾਰ ਕੀਤਾ ਵੀ ਵਾਕਈ ਮਤਲਬ ਲੁੱਟਿਆ ਸੀਗਾ ਜੀ। ਹਾਂ ਹਾਂ ਹਾਂ, ਜਦੋਂ ਮੁੱਛੀ ਲੱਗਾ ਸੀ ਗੱਡੀਆਂ ਦੀ ਪੇਟੀਆਂ ਤੇ ਉਹਨੀਆਂ ਪੇਟੀਆਂ ਵਿਕਦੀਆਂ ਸੀ ਜੀ ਇੱਥੇ ਜੀ। ਕੁਛ ਕਿਹਾ ਲੋਕਾਂ ਨੇ, ਲੇਕਿਨ ਜਸਵਿੰਦਰ ਸਿੰਘ ਮਲਤਾਨੀ ਦੇ ਬਾਰੇ ਕੁਛ ਨਹੀਂ ਕਿਹਾ। ਉਹ 20-25 ਸਾਲ ਪਹਿਲਾਂ ਗਿਆ ਸੀ ਜਰਮਨ ਦੇ ਵਿੱਚ। ਹਾਂ ਹਾਂ, ਬਾਅਦ ਦੇ ਵਿੱਚ ਭਰਾ ਨੂੰ ਲੈ ਗਿਆ, ਭੈਣ ਨੂੰ ਲੈ ਗਿਆ। ਹੁਣ ਤੇ ਇਲਜ਼ਾਮ ਲੱਗਾ, ਉਹ ਬਕਾਇਦਾ ਤੌਰ ਤੇ ਸਾਡੀਆਂ ਫੋਰਸਿਸ ਕਹਿੰਦੀਆਂ ਉਹਨੂੰ ਗ੍ਰਿਫਤਾਰ ਕੀਤਾ ਜੀ। ਅੱਜ ਮੈਂ ਇੱਕ ਫੋਰਨ ਦਾ ਰੇਡੀਓ ਸੁਣ ਰਿਹਾ ਸੀ, ਉਹਦੇ ਕਹਿੰਦੇ ਜੀ ਗ੍ਰਿਫਤਾਰ ਨਹੀਂ ਕੀਤਾ। ਇਹ ਆਪਣੇ ਇੱਕ ਲਿਸਨਰ ਨੇ ਕਰੈਕਟ ਕੀਤਾ ਜੀ, ਕੁਲਵਿੰਦਰ ਸਿੰਘ ਹੋਰਾਂ ਨੇ ਵਾਸ਼ਿੰਗਟਨ ਵਰਜੀਨੀਆ ਤੋਂ। ਉਹ ਕਹਿੰਦੇ ਅਵਤਾਰ ਸਿੰਘ ਪੰਨੂ ਗੁਰਪੰਤ ਪੰਨੂ ਦਾ ਭਰਾ ਨਹੀਂ ਹੈ। ਠੀਕ ਹੈ ਜੀ। ਤੇ ਦੂਜੇ ਪਾਸੇ ਹਰਮੇਲ ਸਿੰਘ ਲਿਖਦੇ ਨੇ ਜੀ, ਕਹਿੰਦੇ ਬਾਈ ਜੀ ਬੀਜੇਪੀ 'ਚ ਲੋਕ ਸ਼ੌਂਕ ਨਾਲ ਨਹੀਂ ਜਾ ਰਹੇ, ਇਹਨਾਂ ਨੂੰ ਪਾਪ ਜਿਹੜੇ ਆ ਉਹ ਸਤਾ ਰਹੇ ਨੇ ਤੇ ਕੈਪਟਨ ਦੀ ਲੱਤ ਥੱਲੇ ਦੀ ਲੰਘਣਾ ਨਹੀਂ ਚਾਹੁੰਦੇ ਕਿਉਂਕਿ ਕੈਪਟਨ ਤਾਂ ਖੁਦ ਹੀ ਬੀਜੇਪੀ ਦੇ ਥੱਲੇ ਆ ਕਹਿੰਦੇ। ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ, ਬਿਲਕੁਲ ਠੀਕ ਹੈ ਜੀ। ਜਿਹੜੀ ਮੈਂ ਅਵਤਾਰ ਸਿੰਘ ਦੀ ਗੱਲ ਨਹੀਂ ਕੀਤੀ ਜੀ, ਮੈਂ ਬਲਵਿੰਦਰ ਸਿੰਘ ਦੀ ਗੱਲ ਕੀਤੀ। ਉਹ ਰਿਸ਼ਤੇਦਾਰ ਦਾ ਗੁਰਪੰਤ ਸਿੰਘ ਪੰਨੂ ਦਾ। ਜੀ ਜੀ, ਪਿੱਛੇ ਦੇ ਭਰਾ ਲੱਗਦਾ ਪਈ ਨੂੰ ਕਿ ਜਿਹਨੂੰ ਇਹਨਾਂ ਚੇਅਰ ਬਣਾਇਆ ਸੀ। ਹਾਂ 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 ਹਾਂ, ਬਾਅਦ ਦੇ ਵਿੱਚ ਜਦੋਂ ਰੌਲਾ ਪਿਆ ਸੀ, ਜਦੋਂ ਅਸਤੀਫਾ ਦੇ ਗਿਆ, ਪਾਸੇ ਕੋਈ ਗੱਲ ਨਹੀਂ ਹੈਗਾ ਜੀ। ਤੇ ਇਸ ਕਰਕੇ ਸਾਡਾ ਉਹ ਮਤਲਬ ਨਹੀਂ ਹੈਗਾ। ਅਸੀਂ ਇਹ ਗੱਲ ਕਹਿੰਦੇ ਆ ਵੀ ਵੇਖੋ ਸਾਡੀਆਂ ਏਜੰਸੀਆਂ ਕਹਿੰਦੀਆਂ ਠੀਕ ਆ, ਜਿਹੜਾ ਬੰਦਾ ਗੁਨਾਹਗਰ ਨੂੰ ਗੁਨਾਹ ਉਹਨੂੰ ਸਜ਼ਾ ਮਿਲਣੀ ਚਾਹੀਦੀ ਜੀ। ਜਿਹੜਾ 20-25 ਸਾਲ ਪਹਿਲਾਂ ਗਿਆ ਜਰਮਨ ਦੇ ਵਿੱਚ, ਉਹਨੂੰ ਬਕਾਇਦਾ ਤੌਰ ਤੇ ਸਿਟੀਜ਼ਨਸ਼ਿਪ ਮਿਲੀ ਹੋਊਗੀ ਉੱਥੋਂ ਜੀ। ਉੱਥੋਂ ਦੀ ਸਿਟੀਜ਼ਨਸ਼ਿਪ ਮਿਲੀ ਆ ਤੇ ਫਿਰ ਉਹਨੂੰ ਲਿਆਉਣਾ ਥੋੜਾ ਜਿਹਾ ਕਿਹੜਾਪਨ ਹੋਊਗਾ, ਉਹ ਕਿਵੇਂ ਲਿਆਉਂਦੇ ਨਹੀਂ ਪਤਾ ਉੱਥੋਂ ਜੀ। ਤੁਹਾਨੂੰ ਪਤਾ ਹੋਏਗਾ ਵੀ ਬਕਾਇਦਾ ਤੌਰ ਤੇ ਇੱਕ ਸਮਝੌਤਾ ਕਰਕੇ ਆਇਆ ਸੀ ਜਿਹਨੂੰ ਦਵਿੰਦਰਪਾਲ ਸਿੰਘ ਭੁੱਲਰ ਨੂੰ ਲਿਆਂਦਾ ਸੀ ਜੀ। ਉਹਨਾਂ ਕਿਹਾ ਜੀ ਇੱਕ ਸ਼ਰਤ ਤੇ ਡਿਪੋਰਟ ਅਸੀਂ ਕਰਾਂਗੇ, ਉਹਨੂੰ ਦਿੰਦੇ ਆ। ਸ਼ਰਤ ਮੰਨੀ ਗਈ ਸੀ ਸਰਕਾਰ ਦੀ, ਉਸਦੀ ਫਾਂਸੀ ਨਹੀਂ ਲਾਵਾਂਗੇ ਅਸੀਂ, ਲੇਕਿਨ ਫਾਂਸੀ ਦੀ ਸਜ਼ਾ ਦਿੱਤੀ ਗਈ ਨਹੀਂ ਲਾਇਆ ਤਾਂ ਵੱਖਰੀ ਗੱਲ ਜੀ। ਇੱਕ ਵੱਖਰੀ ਗੱਲ ਆ। ਕਹਿੰਦੇ ਬਲਵਿੰਦਰ ਸਿੰਘ ਅਵਤਾਰ ਦਾ ਭਾਈ ਆ, ਕਹਿੰਦੇ ਜੋ ਵੀ ਹੈ ਜੀ ਰਿਸ਼ਤੇਦਾਰ ਨਾਲ ਹੋ ਗਈ, ਨਹੀਂ ਪਤਾ ਕੀ ਗੱਲ ਆ। ਅਖਬਾਰਾਂ 'ਚ ਵੀ ਛਪਦਾ ਰਿਹਾ, ਸਭ ਕੁਝ ਛਪਦਾ ਰਿਹਾ, ਉੱਤੇ ਸਪਸ਼ਟੀਕਰਨ ਦਿੰਦੇ ਨੇ ਬਾਜਵੇ ਹੋਣੀ ਜੀ। ਲੇਕਿਨ ਸਾਨੂੰ ਇਹਦੇ ਬਾਰੇ ਅਖਬਾਰਾਂ ਦੀ ਗੱਲ ਕਰਨੀ। ਪੱਟੀ ਸਾਹਿਬ, ਤੁਹਾਡੇ ਫੋਨ ਦੇ ਉੱਤੇ ਹੈੱਡਫੋਨ ਵਗੈਰਾ ਤਾਂ ਨਹੀਂ ਲੱਗੇ ਕਿ ਸਿੱਧੀ ਗੱਲ ਕਰ ਰਹੇ ਹੋ? ਨਹੀਂ, ਹੈੱਡਫੋਨ ਲੱਗੇ ਹੁੰਦੇ ਆ ਜੀ। ਉਹ ਲਾਓ ਖਾਂ, ਆਵਾਜ਼ ਕਿੜਕਿੜ ਕਰਕੇ ਆ ਰਹੀ ਹੈ, ਲਾਇਓ ਇੱਕ ਵਾਰੀ ਤਾਰ ਵਾਲੇ। ਠੀਕ ਹੈ ਜੀ, ਹਾਂਜੀ ਹੁਣ ਠੀਕ ਹੈ। ਚਲੋ ਠੀਕ ਠੀਕ। ਹਾਂ, ਪਹਿਲਾਂ ਕਿੜਕਿੜ ਕਰਕੇ ਆ ਰਹੀ, ਲਿਸਨਰ ਕਹਿੰਦੇ ਆਵਾਜ਼ ਨਹੀਂ ਸਹੀ ਆ ਰਹੀ। ਚਲੋ ਆਪਾਂ ਬਦਲ ਲਾਂਗੇ। ਹਾਂ 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 ਹਾਂ, ਉਹ ਅਖਬਾਰਾਂ ਛਪਦ ਰਿਹਾ ਜੀ। ਉਹਦੇ ਜਿਹੜਾ ਸੀ ਬਲਵਿੰਦਰ ਸਿੰਘ ਬਾਰੇ, ਅਵਤਾਰ ਸਿੰਘ ਦਾ ਭਾਈ ਆ, ਕੀ ਇਹ ਚੱਕਰ ਹੈ, ਕੀ ਚੱਕਰ। ਵੇਖੋ ਜੋ ਗੁਰਪਤਵੰਤ ਪੰਨੂ ਇਹ ਗੱਲ ਕਹਿ ਰਿਹਾ ਵੀ ਸਾਡਾ ਇਸ ਦਾ ਕੋਈ ਲਿੰਕ ਨਹੀਂ ਹੈਗਾ ਇਸ ਬਲਾਸਟ ਨਾਲ, ਅਸੀਂ ਜਿਹੜਾ ਉਹ ਬੁਲਟ ਦੇ ਵਿੱਚ ਨਹੀਂ ਬੈਲਟ ਯਕੀਨ ਰੱਖਦੇ ਜੀ। ਹੁਣ ਸੱਚਾਈ ਕੀ, ਸਾਨੂੰ ਇਹਦੇ ਬਾਰੇ ਕੋਈ ਜਾਣਕਾਰੀ ਨਹੀਂ। ਅਸੀਂ ਜੋ ਅਖਬਾਰਾਂ ਸੁਣਿਆ, ਜੋ ਪੜ੍ਹਿਆ, ਉਹਦੀ ਗੱਲ ਕਰ ਰਹੇ ਜੀ ਜੀ। ਆਪਾਂ ਤਾਂ ਉਹੀ ਗੱਲ ਕਰਨੀ ਹੈ, ਬਿਲਕੁਲ ਸਹੀ ਗੱਲ ਕਹੀ ਹੈ। ਤੇ ਇੱਥੇ ਅੱਜ ਕੱਲ੍ਹ ਇੱਕ ਬੜਾ ਨਵਾਂ ਰਿਵਾਜ਼ ਚੱਲਿਆ, ਪੁਲਿਸ ਵਾਲੀਆਂ ਨੀਲੀ ਲਾਲ ਬੱਤੀ ਜੀ ਹਰੇਕ ਹੀ ਆਪਦੇ ਕਾਰ 'ਚ ਲੁਕੋ ਕੇ ਜੇ ਲਾ ਲੈਂਦਾ ਥੱਲੇ ਕਰਕੇ ਜਾਲੀ ਜੀ 'ਚ। ਕਹਿੰਦੇ ਹੁਣ ਕਹਿੰਦੇ ਇੱਕ ਬੰਦਾ ਬੱਤੀ ਲਾ ਕੇ ਤੁਰਿਆ ਆਉਂਦਾ ਤੇ ਕਹਿੰਦੇ ਨਸ਼ਾ ਹੀ ਬੜਾ ਬਰਾਮਦ ਹੋ ਗਿਆ। ਕਿੱਥੋਂ ਦੀ ਇਹ ਘਟਨਾ ਇਹ? ਬਕਾਇਦਾ ਤੌਰ ਤੇ ਲੁਧਿਆਣੇ ਦੀ ਘਟਨਾ ਜੀ। ਲੰਮੇ ਸਮੇਂ ਤੋਂ ਬਕਾਇਦਾ ਤੌਰ ਤੇ ਰਾਜਕੁਮਾਰ ਉਹਦਾ ਨਾਮ ਆ, ਉਹ ਉੱਥੇ ਲਾ ਕੇ ਆਪਣੀ ਗੱਡੀ ਦੇ ਉੱਤੇ ਨੀਲੀ ਲਾਈਟ ਲਾ ਕੇ ਜਿਹੜਾ ਸੀ ਉੱਥੇ ਸਮਗਲਿੰਗ ਕਰਦਾ ਸੀ ਹੈਰੋਇਨ ਜੀ। ਉਹਦੀ ਸਪਲਾਈ ਦਿੰਦਾ ਸੀ। ਜੇ ਉਹਦੇ ਤੇ
ਨੀਲੀ ਲਾਈਟ ਲੱਗੀ ਤੇ ਬੂਟਰ ਵੀ ਲੱਗੇ ਹੋਣਗੇ, ਸਭ ਹਾਂ ਲੱਗਾ ਬਿਲਕੁਲ, ਹੋਏਗਾ। ਵੱਜਿਆ ਬਹੁਤ ਆ ਜੀ, ਹੁਣ ਤਾਂ ਧਿਆਨ ਹੀ ਨਹੀਂ ਦਿੰਦੇ। ਉਹਨੂੰ ਜਿਹੜੀ STF ਨੇ ਜਿਹੜਾ ਸੀ, ਉਹਦੀ 35 ਸਾਲ ਦੀ ਉਮਰ ਆ। ਹਾਂ ਹਾਂ। ਨਾਂ ਹੈਗਾ ਰਾਜਕੁਮਾਰ ਰਾਜੂ ਪੁੱਤਰ ਸਤਪਾਲ ਸਿੰਘ ਵਾਸੀ ਮਹੱਲਾ ਪ੍ਰੀਤਨਗਰ ਸ਼ਿਵਪੁਰੀ ਥਾਣਾ ਦ੍ਰਿਸ਼ ਜੀ ਦੇ ਖਿਲਾਫ ਮੁਹਾਲੀ ਦੀ STF ਜਿਹੜੀ ਆ ਉਹਨਾਂ ਨੇ NDPS ਐਕਟ ਵਿੱਚ ਕੇਸ ਦਰਜ ਕੀਤਾ, ਉਹਨੂੰ ਫੜਿਆ ਗਿਆ, ਉਹਦੇ ਕੋਲ ਨਸ਼ੇ ਬਰਾਮਦ ਹੋਏ। ਜੀ ਦੇਖੋ ਕਿੱਥੋਂ ਤੱਕ ਦੁਨੀਆ ਪਹੁੰਚੀ, ਕਿੱਥੋਂ ਤੱਕ ਦਿਮਾਗ ਵਰਤਦੇ ਨੇ ਆਪਣੇ, ਤੇ ਉਹਦਾ ਹੁਣ ਉਹਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। 2 ਦਿਨ ਦਾ ਪੁਲਿਸ ਰਿਮਾਂਡ ਵੀ ਉਹਦਾ ਹੋ ਗਿਆ। ਜੀ ਸ਼ੁਕਰ ਕਰੋ ਅਜੇ ਰੈੱਡ ਲਾਈਟ ਬੈਨ ਨਹੀਂ ਹੈਗੀ। ਜੇ ਬੈਨ ਨਾ ਹੁੰਦੀ ਤੇ ਉਹਨੇ ਰੈੱਡ ਲਾਈਟ ਲਾਉਣੀ ਸੀ, ਨੀਲੀ ਨਹੀਂ ਲੋੜ ਨਹੀਂ ਸੀ ਪੈਣੀ ਉਹਨੂੰ। ਜੀ ਇਸ ਕਰਕੇ ਇਹੋ ਜਿਹੇ ਵਿਅਕਤੀ ਜੇ ਹੈਗੇ, ਰਾਣਾ ਜਿਹੜਾ ਹੈਗਾ ਵਾ, ਉਹ ਲੁਧਿਆਣਾ ਕਿਹਦਾ ਏਰੀਆ ਵਾ, ਉਹ ਰਾਣੂ ਸਰਪੰਚ ਦਾ। ਜੀ ਹਾਂ ਬਿਲਕੁਲ ਬਿਲਕੁਲ। ਤੇ ਨਾਲ ਕਈ ਪੁਲਿਸ ਅਫਸਰ ਜਿਨ੍ਹਾਂ ਖਿਲਾਫ ਅਜੇ ਤੱਕ ਕਾਰਵਾਈ ਨਹੀਂ ਕੀਤੀ ਗਈ। ਹਾਂ ਹਾਂ ਹਾਂ। ਉਹ ਪੁਲਿਸ ਅਫਸਰ ਜਿਹੜੇ ਨੂੰ ਵਰਦੀਆਂ ਵੀ ਦਿੰਦੇ ਰਹੇ, ਉਹਨੂੰ ਗਨਮੈਨ ਵੀ ਦਿੰਦੇ ਰਹੇ, ਉਹਦੇ ਘਰ ਜਾ ਕੇ ਰਹਿੰਦੇ ਵੀ ਰਹੇ। ਬਸ ਉੱਥੇ ਤਾਂ ਜੀ ਪੂਰੀ ਐਸ਼ ਕਰਦੇ ਰਹੇ ਆ ਨਾ। ਤੇ ਹੋ ਸਕਦਾ ਵੀ ਜਦੋਂ ਉਹਦੀ ਤਫਤੀਸ਼ ਹੋਈ ਤੇ ਪੋਸੀਬਿਲਿਟੀ ਹੈ ਕਿ ਜਿਵੇਂ ਪਹਿਲਾ ਕੇਸ ਦੇ ਵਿੱਚ ਰਾਣੇ ਦਾ ਨਾਮ ਆ ਗਿਆ, ਤੇ ਜਾ ਸਕਦਾ। ਆਉਣ ਨੂੰ ਕੀ ਹੈ ਜੀ, ਨਾਲੇ ਇਹ ਗੱਲ ਚਲੋ STF ਨੇ ਵਧੀਆ ਕਾਰਵਾਈ ਕੀਤੀ ਹੈ, ਲੇਕਿਨ ਨਸ਼ਾ ਅਜੇ ਵੀ ਪੰਜਾਬ ਦੇ ਵਿੱਚ ਬਹੁਤ ਵਿਕ ਰਿਹਾ। ਹਾਂ ਹਾਂ। ਕੋਈ ਕੰਟਰੋਲ ਨਹੀਂ ਕੀਤਾ। ਜੀ ਜੀ। ਹੁਣ ਗਾਂ ਵੇਖੋ ਕੀ ਬਣਦਾ ਜੀ। ਵੇਖੋ ਇੱਕ ਹੋਰ ਤੁਸੀਂ ਜੱਦਾਂ ਦੇ ਵਾਲੀ ਸੇ ਵੇਖਿਆ ਹੋਊਗਾ, ਹਾਂ ਹਾਂ। ਜਿੰਨੇ ਜੀਓ ਰੈਂਕ ਦੇ ਅਧਿਕਾਰੀ ਉਹਨਾਂ ਰੈੱਡ ਲਾਈਟ ਲਾਤੀ ਆ ਜੀ, ਇੱਕ ਚੌਰਸੀ ਲਾਈਟ ਉੱਤੇ ਹੋਰ ਲਾ ਦੀ ਆਪਣੇ। ਉਹ 400 ਉਹੀ ਦੱਸਦਾ ਨਾ, ਫੱਟੀ ਗੋਲ ਤਾਂ ਲਾਤੀ ਸਰਕਾਰ ਨੇ, ਲਵਾਤੀਆਂ ਉਹ ਤਾਂ। ਹੁਣ ਉਹ ਹਰੇਕ ਤੋਂ ਮਿਲ ਜਾਂਦੇ, ਹਰੇਕ ਹੀ ਠੋਕੀ ਫਿਰਦਾ, ਇੱਕ ਪਾਸੇ ਨੀਲੀ ਇੱਕ ਪਾਸੇ ਲਾਲ, ਐਂ ਜਾਗਦੀ ਆ ਉਹ ਅੱਗੇ ਪਿੱਛੇ ਹੋ ਕੇ। ਬਿਲਕੁਲ ਬਿਲਕੁਲ ਜੀ ਬਿਲਕੁਲ। ਹੁਣ ਵੇਖੋ ਹਾਂ ਹਾਂ। ਜਿਹੜੀਆਂ ਰੈੱਡ ਲਾਈਟ ਸੀ, ਸੁਪਰੀਮ ਕੋਰਟ ਨੇ ਕਹਿ ਸਕਦੀ ਵੀ ਰੈੱਡ ਲਾਈਟ ਬਿਲਕੁਲ ਨਹੀਂ ਹੋਣੀ ਚਾਹੀਦੀ। ਜੀ ਬਿਲਕੁਲ। ਹਾਂ। ਹਾਈ ਕੋਰਟ ਦੇ ਜੱਜ ਨੇ ਕੋਈ ਕਹਿ ਦਿੱਤਾ ਸੀ ਵੀ ਕੋਈ ਵੀ ਸਟੇਟਸ ਤੁਸੀਂ ਆਪਣੀ ਗੱਡੀ ਤੇ ਨਹੀਂ ਲਾ ਸਕਦੇ, ਤੇ ਪਹਿਲਾਂ ਆਪਣੇ ਡਰਾਈਵਰ ਨੂੰ ਕਿਹਾ ਵੀ ਜਿਹੜੀ ਮੇਰੇ ਅੱਗੇ ਲਿਖਿਆ ਨਾ, ਮੇਰੀ ਗੱਡੀ ਕੇ ਲਿਖਿਆ ਜੱਜ ਹਾਈ ਕੋਰਟ, ਉਹ ਵੀ ਲਾ ਦੇ। ਹਾਂ ਹਾਂ ਹਾਂ। ਅਸੀਂ ਇੱਕ ਸਧਾਰਨ ਵਿਅਕਤੀ ਬਣ ਕੇ ਵਿਚਰਾਂਗੇ ਜੀ। ਉਹ ਲਾਈ ਗਈ ਸੀ ਤੇ ਉਹਨਾਂ ਕਿਹਾ ਸੀ ਵੀ ਸਾਰੇ ਲਾ ਦਿਓ। ਲੇਕਿਨ ਅਜੇ ਵੀ ਬਹੁਤ ਸਾਰੀਆਂ ਗੱਡੀਆਂ ਤੇ ਬੜਾ ਕੁਝ ਲਿਖਿਆ ਹੁੰਦਾ, ਉਹ ਗੱਡੀਆਂ ਜਾਂਦੀਆਂ ਨੇ, ਉਹਨਾਂ ਨੂੰ ਪੁੱਛਦਾ ਕੋਈ ਨਹੀਂ। ਜਿਵੇਂ ਅਕਾਲੀ ਸਰਕਾਰ ਦੇ ਵੇਲੇ ਸੋਈ ਦਾ ਸਟਿੱਕਰ ਵਿਕਦਾ ਹੁੰਦਾ ਹੈ ਜੀ, ਗੱਡੀ ਤੇ ਸੋਈ ਦਾ ਸਟਿੱਕਰ ਲੱਗਾ, ਉਹਨੂੰ ਕੋਈ ਨਹੀਂ ਸੀ ਪੁੱਛਦਾ ਵੀ ਭਾਈ ਦੀ ਤਲਾਸ਼ੀ ਨਹੀਂ। ਹਾਂ ਬਿਲਕੁਲ ਬਿਲਕੁਲ, ਲਾਇਸੈਂਸ ਮਿਲਿਆ ਵੈਸੇ ਪੱਕਾ। ਇਸ ਕਰਕੇ ਇਹ ਬੰਦੇ ਦੇ ਜਿਹੜੇ ਸੀ ਹੀਰੋਇਨ ਵੀ ਬਰਾਮਦ ਕੀਤੀ ਗਈ ਹੈ, 5 ਕਰੋੜ ਦੀ ਹੀਰੋਇਨ ਬਰਾਮਦ ਕੀਤੀ ਗਈ। ਦੇ ਕੋਲੋਂ ਪਰਚਾ ਵੀ ਦਰਜ ਕੀਤਾ ਗਿਆ। SPB ਦਾ ਇੰਚਾਰਜ ਹੈ ਹਰਬੰਸ ਸਿੰਘ, ਉਹਨੇ ਇਹਦੀ ਗੱਲ ਜਾਣਕਾਰੀ ਦਿੱਤੀ ਆ ਜੀ। ਤੇ ਹੁਣ 2 ਦਿਨ ਦੇ ਪੁਲਿਸ ਰਿਮਾਂਡ ਦੇ ਵਿੱਚ, 2 ਦਿਨ ਦੇ ਪੁਲਿਸ ਰਿਮਾਂਡ ਤੋਂ ਬਾਅਦ ਉਹ ਕੀ ਕੁਝ ਦੱਸਦਾ ਤੇ ਕੀ ਕੁਝ ਨਿਕਲਦਾ, ਇਹ ਹੁਣ ਲੱਗੂਗਾ ਜੀ ਜੀ ਜੀ। ਤੇ ਹੁਣ ਆਪਾਂ ਥੋੜਾ ਜਿਹਾ ਦੱਸ ਦਿਓ ਵੀ ਬਾਦਲ ਸਾਹਿਬ ਵੀ ਬੇਅਦਬੀਆਂ ਤੇ ਬੋਲੇ ਨੇ, ਫਿਰ ਤੁਹਾਡੇ ਤੋਂ ਇਜਾਜ਼ਤ ਲੈ ਲਾਂਗੇ। ਦੇਖੋ ਜਿਹੜੀ ਬਾਦਲ ਸਾਹਿਬ ਦੀ ਗੱਲ ਆ ਜੀ, ਜਿਹੜੇ ਸਿਆਸਤਦਾਨ ਆਪਣਾ ਸਮਾਂ ਭੁੱਲ ਜਾਂਦੇ ਆ। ਬਾਦਲ ਸਾਹਿਬ ਨੂੰ ਹੁਣ ਉਹਨਾਂ ਦੀ ਨੂੰਹ ਚੁੱਕੀ ਫਿਰਦੀ ਆ, ਜਿਹਨੂੰ ਪਤਾ ਹੋਣ ਲੱਗ ਗਿਆ ਤੇ ਮੇਰਾ ਜਿਹੜਾ ਵਾ ਪਰਿਵਾਰ ਉਹ ਬਾਦਲ ਪਰਿਵਾਰ ਆ, ਮਜੀਠੀਆ ਪਰਿਵਾਰ ਤੋਂ ਬੜਾ ਗਤੀ ਨਹੀਂ ਹੋਣੀ। ਪਹਿਲਾਂ ਤੁਹਾਨੂੰ ਐਂ ਲੱਗਦਾ ਮੇਰਾ ਭਰਾ ਹੀ ਚੰਗਾ। ਬਿਲਕੁਲ ਬਿਲਕੁਲ ਬਿਲਕੁਲ। ਇਸ ਉਮਰ ਚ ਬਾਦਲ ਸਾਹਿਬ ਨੂੰ ਚੁੱਕੀ ਫਿਰਦੀ, ਨਾ ਕਿ ਜੀ ਸੁਪਰ CM ਹੋਣਗੇ। CM ਨਹੀਂ ਹੋਣਗੇ, ਸੁਪਰ CM। ਹਾਂ, CM ਤਾਂ ਮੇਰਾ ਘਰ ਵਾਲਾ ਹੀ ਹੋਊਗਾ। ਹਾਂ ਬਿਲਕੁਲ ਬਿਲਕੁਲ, CM ਤੋਂ ਹੀ ਹੋਣਗੇ ਜੀ, ਸਰਦਾਰ ਸੁਖਬੀਰ ਸਿੰਘ ਬਾਦਲ ਹੋਣਗੇ ਜੀ। ਲੇਕਿਨ ਸੁਖਬੀਰ ਸਿੰਘ ਬਾਦਲ ਮਿਹਨਤ ਬਹੁਤ ਕਰ ਰਹੇ, ਕੋਈ ਸ਼ੱਕ ਨਹੀਂ। ਇਹਦਾ ਪ੍ਰਵਾਸ ਜੀ ਦੇਖੋ ਬਹੁਤ ਮਿਹਨਤ ਕਰ ਰਹੇ। ਤੇ ਹੁਣ ਜਿਹੜੀ ਉਹ ਬਾਦਲ ਸਾਹਿਬ ਨੂੰ ਮਾੜੀ ਮਾੜੀ ਟੌਂਟ ਕਰਨ ਦੀ ਜਾਂਚ ਆ ਗਈ ਹੈ, ਕਿਵੇਂ ਕਰਨੀ ਕਿਸੇ ਨੂੰ। ਅੱਛਾ, ਵੀ ਯਾਦ ਚੱਕ ਕੇ ਥੋੜੀ ਗੱਲ ਕਰਨ ਦੀ। ਹਾਂ ਹਾਂ। ਹੁਣ ਵੱਡੇ ਬਾਦਲ ਸਾਹਿਬ ਨੇ ਇੰਨੀ ਗੱਲ ਕਹੀ ਹੈ ਜੀ, ਵੇਖੋ ਜਿਹੜੀ ਅੰਮ੍ਰਿਤਸਰ ਦੀ ਬੇਅਦਬੀ ਕੀਤੀ ਗਈ, ਅਜੇ ਤੱਕ ਜਿਹੜੀ ਸਰਕਾਰ ਤੇ ਜਿਹੜੀ ਪੁਲਿਸ ਆ ਉਹਦਾ ਥੋ ਪਤਾ ਨਹੀਂ ਲੱਭ ਸਕੀ। ਇਹ ਨਲਾਇਕੀ ਹੈ ਸਰਕਾਰ। ਸਰਕਾਰ ਇਨਸਾਫ ਨਹੀਂ ਦੇਣਾ ਚਾਹੁੰਦੀ। ਇਹਦੇ ਵਿੱਚ ਬੇਅਦਬੀਆਂ ਵੱਧ ਰਹੀਆਂ ਨੇ, ਘਟ ਨਹੀਂ ਰਹੀਆਂ। ਸਰਕਾਰ ਪੂਰੇ ਪ੍ਰਬੰਧ ਨਹੀਂ ਕਰ ਰਹੀ, ਸਰਕਾਰ ਦੀ ਨਲਾਇਕੀ ਜੀ। ਚਲੋ ਬਾਦਲ ਸਾਹਿਬ ਤੁਸੀਂ ਆਪਣਾ ਜਿਹੜਾ ਸੀ ਗੁੱਸਾ ਠੰਡਾ ਕਰ ਲਿਆ, ਇੰਨੀ ਗੱਲ ਕਹਿ ਕੇ, ਤੇ ਬੇਅਦਬੀ ਤੇ ਤੁਹਾਡੇ ਕੰਮ ਤੇ ਬਿਲਕੁਲ 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 ਬਦਲ ਤੇ ਬੇਅਦਬੀਆਂ ਸ਼ੁਰੂ ਤੁਹਾਡੇ ਟਾਈਮ ਤੋਂ ਹੀ ਆ। ਤੁਸੀਂ ਤੇ ਬੇਅਦਬੀ ਵਾਲੇ ਸਾਧ ਨੂੰ 92 ਲੱਖ ਦੇ ਇਸ਼ਤਿਹਾਰ ਦੇ ਕੇ ਵੀ ਮਾਫੀ ਨਹੀਂ ਦੇਤੀ। ਬਿਲਕੁਲ ਸਿਆਣੀ ਗੱਲ ਆ। ਮਾਫੀ ਦੇਤੀ, ਮੁੜ ਕੇ 16 ਦਿਨਾਂ ਬਾਅਦ ਵਾਪਸ ਲੈਣੀ ਪਈ। ਜਿਹੜੀ ਚਿੱਠੀ ਤੁਸੀਂ ਵਿਖਾਈ ਸਾਡੇ ਜਥੇਦਾਰਾਂ ਨੂੰ, ਉਹ ਹਿੰਦੀ ਦੇ ਵਿੱਚ ਜਿਹੜੀ ਅਗਲੇ ਦਿਨ ਚਿੱਠੀ ਆਈ ਉਹ ਪੰਜਾਬੀ ਚਾਹੀ ਸੀ। ਇਸੇ ਕਰਕੇ ਰਾਣੀ ਅੱਗਾ ਢਾਕ ਪੱਟੀ ਸਾਹਿਬ ਕੌਣ ਕਰਦੇ ਉਹਨਾਂ ਦੀ। ਪੱਟੀ ਸਾਹਿਬ ਕੌਣ ਆਖੇ ਰਾਣੀ ਅੱਗਾ ਢਾਕ?
ਕਹਿਣਾ ਪੈਂਦਾ ਜੀ, ਫਿਰ ਕਹਿਣਾ ਪੈਂਦਾ ਵੀ ਜਿਹੜਾ ਉਹਨਾਂ ਸਟੇਟਸ ਹੈ ਨਾ ਬਾਦਲ ਸਾਹਿਬ ਦਾ, ਉਹਨਾਂ ਨੂੰ ਚਾਹੀਦੀ ਗੱਲ ਵੀ ਪੱਤੇ ਦੀ ਗੱਲ ਕਰਨ, ਲੋਕੀ ਸੁਣਦੇ ਨੇ। ਅੱਜ ਹੀ ਮੈਨੂੰ ਇਹਦੀ ਗੱਲ ਨਹੀਂ, ਲੋਕ ਸੁਣਦੇ ਨੇ, ਲੋਕ ਸਤਿਕਾਰ ਕਰਦੇ ਨੇ ਜੀ। ਇੱਥੋਂ ਤੱਕ ਸੁੱਖੀ ਰੰਧਾਵਾ ਕੀ ਕਿਹਾ, ਸੁੱਖੀ ਰੰਧਾਵੇ ਹੋਣੀ ਕਹਿੰਦੇ ਆ ਵੀ 2007 ਤੱਕ 1997 ਤੋਂ ਲੈ ਕੇ 2002 ਤੱਕ ਜਿਹੜੀ ਆ ਉਹ ਸਰਕਾਰ ਰਹੀ ਹੈ ਬਾਦਲ ਸਾਹਿਬ ਦੀ। ਉਸ ਟਾਈਮ ਤੇ ਕੁਝ ਵੀ ਮਾੜਾ ਨਹੀਂ ਸੀਗਾ ਜੀ। 2007 ਤੋਂ ਜਦੋਂ ਸੁਖਬੀਰ ਬਾਦਲ ਦੀ ਤੇ ਮਜੀਠੀਆ ਦੀ ਇਕੱਠੀ ਐਂਟਰੀ ਜੰਗੀ ਪੱਧਰ ਤੇ ਹੁੰਦੀ ਆ, ਤੇ ਉਦੋਂ ਫਿਰ ਲੈਂਡ ਮਾਫੀ ਆ ਗਿਆ, ਸੈਂਡ ਮਾਫੀ ਆ ਗਿਆ, ਸਾਰਾ ਕੁਝ ਹੀ ਆ ਗਿਆ ਜੀ। ਫਿਰ ਗਰਕ ਗਈ, ਫਿਰ ਤਾਂ ਸਿਆਸਤ ਹੀ ਗਰਕ ਗਈ ਸੀ। ਉਹ ਕਹਿੰਦੇ ਸਾਡੇ ਬਜ਼ੁਰਗ ਨੇ ਬਾਦਲ ਸਾਹਿਬ, ਅਸੀਂ ਸਤਿਕਾਰ ਕਰਦੇ ਉਹਨਾਂ ਦੇ, ਲੇਕਿਨ ਇਹ ਜਿਹੜੇ ਆਏ ਸੀ ਉਦੋਂ ਬਾਦਲ ਸਾਹਿਬ ਨੂੰ ਚਾਹੀਦਾ ਸੀ ਕਿ ਵੀ ਥੋੜਾ ਜਿਹਾ ਖਿਆਲ ਰੱਖਦੇ ਵੀ ਇਹ ਹੋ ਕੀ ਰਿਹਾ ਵਾ। ਉਦੋਂ ਬਾਦਲ ਸਾਹਿਬ ਬਿਲਕੁਲ ਨਿਹੱਥੇ ਜਿਹੇ ਹੋ ਗਏ ਨੇ, ਜਿਵੇਂ ਵਿਚਾਰੇ ਜਿਹੇ ਬਣ ਜਾਂਦੇ ਆ ਜੀ, ਕਿਸੇ ਨੂੰ ਰੋਕ ਨਹੀਂ ਸਕਦੇ ਅਸੀਂ ਕੀ ਕਰਨਾ। ਉਹ ਫਿਰ ਤੁਹਾਡੇ ਉਹ ਗੱਲ ਆ ਗਈ ਨਾ ਵੀ ਉਹ ਹੁਣ ਜਿਵੇਂ ਤੁਸੀਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਹੁਣ ਬਾਦਲ ਸਾਹਿਬ ਬਿਨਾਂ ਗਤੀ ਨਹੀਂ ਹੋਣੀ, ਉਦੋਂ ਫਿਰ ਬਾਦਲ ਸਾਹਿਬ ਨੂੰ ਓਵਰ। ਅੱਛਾ, ਇੱਕ ਮੈਨੂੰ ਥੋੜੀ ਜਿਹੀ ਹੋਰ ਮੈਂ ਰਹਿ ਗਈ, ਉਹ ਕਹਿੰਦੇ ਗਾਂਧੀ ਨੂੰ ਕਿਹਨੇ ਗਾਲ ਕੱਢਤੀ ਜੀ? ਕਹਿੰਦੇ ਚਰਨੇ ਹੈਗਾ ਜੀ ਇਹਨਾਂ ਦਾ ਸੰਤ। ਅੱਛਾ ਜੀ। ਲੂਥਰ। ਹਾਂ, ਇਹਨਾਂ ਨੇ ਬਕਾਇਦਾ ਤੌਰ ਤੇ ਪਹਿਲਾਂ ਜਿਹੜੀ ਯੂਪੀ ਚ ਸੰਸਦ ਕੀਤੀ ਆ, ਉੱਥੇ ਵੀ ਗਾਂਧੀ ਖਿਲਾਫ ਬੜਾ ਕੂੜ ਪ੍ਰਚਾਰ ਕੀਤਾ ਗਿਆ ਜੀ। ਤੇ ਇੱਥੋਂ ਤੱਕ ਕਿਹਾ ਗਿਆ ਕਿ 20 ਲੱਖ ਮੁਸਲਮਾਨ ਮਾਰ ਦਿਓ ਨੌਜਵਾਨੋ, 5000 ਦੇ ਮੋਬਾਈਲ ਨਾਲੋਂ ਲੱਖ ਰੁਪਏ ਦੇ ਹਥਿਆਰ ਲਓ, 20 ਲੱਖ ਮੁਸਲਮਾਨ ਤੁਸੀਂ ਮਾਰ ਦਿਓ ਤੇ ਸਾਡਾ ਹਿੰਦੂ ਰਾਸ਼ਟਰ ਬਣ ਜਾਊਗਾ ਜਿਹੜਾ ਵਾ ਜੀ। ਇਹ ਗੱਲਾਂ ਕਾਊਂਟ ਕਰਦੀਆਂ ਬਕਾਇਦਾ ਤੌਰ ਤੇ ਉੱਥੇ ਮੁਕੱਦਮਾ ਦਰਜ ਹੋਣਾ ਚਾਹੀਦਾ। ਯੂਪੀ ਚ ਉੱਤਰਾਖੰਡ ਚਾਹੀਦਾ ਮੁਕੱਦਮਾ ਤਾਂ ਦਰਜ ਕਰ ਲਿਆ, ਲੇਕਿਨ ਨਾ ਕਿਸੇ ਦਾ ਨਹੀਂ ਉੱਥੇ ਜੀ। ਛੱਤੀਸਗੜ੍ਹ ਜਾ ਕੇ ਕਾਲੀ ਚੰਦ ਜਿਹੜੇ ਸੰਤ ਕਹਿੰਦਾ ਆਪਣੇ, ਮੈਂ ਸੰਤ ਨਹੀਂ ਕਹਿੰਦਾ, ਅਸੰਤ ਕਹੂੰਗਾ, ਕਹਿੰਦਾ ਗਾਂਧੀ ਗਦਾਰ ਸੀਗਾ ਜੀ। ਨਥੂਰਾਮ ਗੌਡਸੇ ਦੇਸ਼ ਭਗਤ ਸੀਗਾ, ਉਹ ਅਮਰ ਰਹੇ, ਉਹਦੇ ਹੱਕ ਚ ਨਾਅਰੇਬਾਜ਼ੀ ਕੀਤੀ। ਅੱਛਾ, ਇਸ ਕਰਕੇ ਇਹਨੇ ਉਹਨੂੰ ਗਦਾਰ ਕਿਹਾ ਤੇ ਲੋਕਾਂ ਨੇ ਨੋਟਿਸ ਲਿਆ ਤੇ ਬਕਾਇਦਾ ਤੌਰ ਤੇ ਛੱਤੀਸਗੜ੍ਹ ਜਿਹੜੀ ਸਰਕਾਰ ਨੇ ਮੁਕੱਦਮਾ ਦਰਜ ਕੀਤਾ ਉਹਦੇ ਖਿਲਾਫ। ਮੁਕੱਦਮਾ ਦਰਜ ਕਰਨ ਤੋਂ ਉਹ ਪਹਿਲਾਂ ਉੱਥੋਂ ਭੱਜ ਆਇਆ, ਮੁੜ ਕੇ ਹੁਣ ਕਹਿੰਦਾ ਜੀ ਮੈਂ ਡਰਦਾ ਨਹੀਂ ਕਿਸੇ ਤੋਂ, ਮੈਂ ਜਿਹੜਾ ਕਰਤਾ ਮੈਂ ਡਟਿਆ ਉੱਥੇ ਖੜਾ ਵਾ ਉੱਥੇ। ਜੇ ਗਾਂਧੀ ਨਾ ਹੁੰਦਾ ਤੇ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਫਾਂਸੀ ਨਾ ਲੱਗਦੇ ਜੀ। ਗਾਂਧੀ ਕੋਈ ਰਾਸ਼ਟਰ ਪਿਤਾ ਨਹੀਂ, ਜੇ ਰਾਸ਼ਟਰ ਪਿਤਾ ਹੋਣਾ ਚਾਹੀਦਾ ਤੇ ਵਲਭ ਭਾਈ ਸਰਦਾਰ ਹੋਣਾ ਚਾਹੀਦਾ, ਵਲਭ ਭਾਈ ਪਟੇਲ ਜੀ। ਤੇ ਉਹ ਰਾਸ਼ਟਰ ਪਿਤਾ ਹੁੰਦਾ ਤੇ ਸਾਡੇ ਦੇਸ਼ ਦੀ ਕਾਇਆ ਕਲਪ ਚ ਕੁਝ ਵੱਖਰੀ ਹੁੰਦੀ। ਅੱਜ ਇਹ ਗਾਲਾਂ ਕੱਢਦੇ ਨੇ ਬਕਾਇਦਾ ਤੌਰ ਤੇ ਗਾਂਧੀ ਨੂੰ, ਕੱਲ ਨੂੰ ਜਵਾਹਰ ਲਾਲ ਨਹਿਰੂ ਨੂੰ ਕੱਢਣਗੇ ਜੀ, ਪਰਸੋਂ ਨੂੰ ਭਗਤ ਸਿੰਘ ਨੂੰ ਕਰੀ, ਜਿਹਨੂੰ ਇਹ ਤੱਕ ਸ਼ਹੀਦ ਦਾ ਦਰਜਾ ਦਿੱਤਾ ਇਹਨਾਂ ਨੇ। ਇਸੇ ਕਰਕੇ ਉਹਨੇ ਕਿਹਾ ਜੀ ਮੈਂ ਡਰਦਾ ਨਹੀਂ, ਮੈਂ ਆਪਣੇ ਬਿਆਨ ਤੇ ਕਾਇਮ ਹਾਂ ਜੀ। ਜਿਹੜਾ ਭੁਪੇਸ਼ ਬਘੇਲ ਛੱਤੀਸਗੜ੍ਹ ਦਾ ਹੈਗਾ ਮੁੱਖ ਮੰਤਰੀ, ਉਹਨੇ ਕਿਹਾ ਵੀ ਜੇ ਤੂੰ ਡਰਦਾ ਨਹੀਂ ਤੇ ਪੰਜਾਬ ਫਿਰਦਾ, ਇੱਥੇ ਆ ਕੇ ਆਪਣੀ ਸ਼ਾਮਲ ਤਬਦੀਸ਼ ਹੋ ਜੀ। ਪੇਸ਼ ਕਿਉਂ ਨਹੀਂ ਫਿਰ ਤੂੰ, ਨਹੀਂ ਤੇ ਫੜਾਂਗੇ ਤੈਨੂੰ। ਭੁਪੇਸ਼ ਬਘੇਲ ਦੀ ਵੀ ਬੜੀ ਆਲੋਚਨਾ ਹੋਈ ਆ ਵੀ ਤੇਰੀ ਪੁਲਿਸ ਬਾਹਰ ਖਲੋਤੀ, ਫੜਿਆ ਕੋਈ ਉਦੋਂ ਉਹਨੂੰ ਤੁਸੀਂ, ਉਦੋਂ ਤੁਸੀਂ ਭਜਾਤਾ ਤੇ ਹੁਣ ਤੁਸੀਂ ਕਹਿੰਦੇ ਜੇ ਅਸੀਂ ਮੁਕੱਦਮਾ ਦਰਜ ਕਰ ਲੈਂਦੇ ਖਿਲਾਫ ਅਸੀਂ। ਇਸ ਕਰਕੇ ਮਹਾਤਮਾ ਗਾਂਧੀ ਨੂੰ ਰਾਸ਼ਟਰ ਪਿਤਾ ਨੂੰ ਤੁਹਾਨੂੰ ਪਤਾ ਹੋਏਗਾ ਇੱਕ ਨਾ ਹਿੰਦੂ ਹਾਈ ਕੋਰਟ ਬਣਾਈ ਆ ਯੂਪੀ ਦੇ ਵਿੱਚ। ਉਸ ਹਿੰਦੂ ਹਾਈ ਕੋਰਟ ਦੀ ਜਿਹੜੀ ਜੱਜ ਬਣਾਈ ਗਈ ਵੀ ਕੁੜੀ ਜਿਹੜੀ ਪਹਿਲਾਂ ਕੀਤਾ ਸੀ ਕਿ ਪੁਤਲਾ ਬਣਾਇਆ ਜਿਹੜਾ ਸੀ ਬਕਾਇਦਾ ਤੌਰ ਤੇ ਮਹਾਤਮਾ ਗਾਂਧੀ ਦਾ ਜੀ। ਅਸਲੀ ਪਿਸਤੌਲ ਨਾਲ ਗੋਲੀਆਂ ਮਾਰੀਆਂ, ਗੋਲੀਆਂ ਮਾਰ ਕੇ ਤੇ ਕਹਿਦੀ ਮੈਂ ਗਦਾਰ ਨੂੰ ਮਾਰਤਾ ਤੇ ਮੈਂ ਹੁਣ ਜਾ ਕੇ ਜਿਹੜੇ ਸੀ ਆਪਣਾ ਉਹਦਾ ਸੰਭਾਲੂਗੀ। ਇੱਥੋਂ ਤੱਕ ਗੱਲ ਚੱਲ ਰਹੀ ਹੈ ਭਾਈ, ਤੇ ਰਾਸ਼ਟਰ ਪਿਤਾ ਜੇ ਹੈਗਾ ਤੇ ਤੁਸੀਂ ਆਪਣੀ ਸਥਿਤੀ ਸਪਸ਼ਟ ਨਹੀਂ ਕਰਦੇ, ਸਰਕਾਰ ਕਿਉਂ ਨਹੀਂ ਕਰਦੀ? ਕਿਉਂ ਨਹੀਂ ਗ੍ਰਹਿ ਮੰਤਰੀ ਬੋਲਦਾ, ਕਿਉਂ ਨਹੀਂ ਪ੍ਰਧਾਨ ਮੰਤਰੀ ਬੋਲਦਾ ਉਹਦੇ ਜੀ? ਸਾਹਿਬ ਦੀ ਫੋਟੋ ਫਿਰ ਕੋਈ ਛਪ ਰਹੀ ਹੈ ਜੀ ਨੋਟਾਂ ਦੇ ਉੱਤੇ ਰਾਸ਼ਟਰ ਪਿਤਾ ਕਹਿ ਕੇ। ਉਹਨਾਂ ਨੋਟਾਂ ਤੁਸੀਂ ਜੇਬ ਚ ਪਾਉਂਦੇ, ਹਿੱਕ ਨਾਲ ਲਾਉਂਦੇ ਤੁਸੀਂ, ਜਿੱਥੇ ਫੋਟੋ ਛਪੀ ਹੁੰਦੀ ਉਹਨਾਂ ਦੀ, ਦੂਜੇ ਪਾਸੇ ਗਦਾਰ ਦੱਸਦੇ ਹੋ ਤੁਸੀਂ ਜੀ। ਬਹੁਤ ਬਹੁਤ ਸ਼ੁਕਰੀਆ ਪੱਟੀ ਸਾਹਿਬ ਤੁਹਾਡਾ, ਥੈਂਕ ਯੂ, ਮਿਹਰਬਾਨੀ। ਤੇ ਪ੍ਰੋਗਰਾਮ ਦੇ ਵਿੱਚ ਇੱਕ ਬ੍ਰੇਕ ਲੈਣੇ ਜੀ, ਤੇ ਬ੍ਰੇਕ ਤੋਂ ਬਾਅਦ ਫਿਰ ਹਾਜ਼ਰ ਹੁੰਦੇ ਆ। ਸੋ ਜੁੜੇ ਰਹੋ ਰੇਡੀਓ ਪੰਜਾਬ। ਟਰੱਕ ਐਂਡ ਟ੍ਰੇਲਰ ਸੈਂਟਰ ਵਿਨੀਪੈਗ ਕੈਨੇਡਾ ਜਿਹੜੇ